ਐਕਸੀਡੈਂਟ ਹੋਇਆ। ਯਾਨੀ ਐਕਸੀਡੈਂਟ ਦਾ ਤੁਹਾਨੂੰ ਪਤਾ ਸੀ ਲੇਕਿਨ ਫੌਤਗੀ ਦਾ ਨਹੀਂ ਸੀ ਪਤਾ ਕਿ ਵੀ ਬੱਚਾ ਜਿਹੜਾ ਉਹ ਫੌਤ ਹੋ ਗਿਆ। ਸਾਨੂੰ ਅੱਛਾ। ਕਿਸੇ ਦੱਸਿਆ ਵੀ ਉਹਦਾ ਐਕਸੀਡੈਂਟ ਹੋਇਆ, ਬੱਚੇ ਨੇ ਫੋਨ ਕੀਤਾ, ਉਹਦਾ ਫਿਰ ਫੋਨ ਬੰਦ ਹੋ ਗਿਆ। ਬਾਅਦ ਦੇ ਵਿੱਚ ਫੋਨ ਬੰਦ ਹੋ ਗਿਆ। ਬੰਦ ਹੋ ਗਿਆ। ਤੇ ਸਪੇਨ ਕੋਈ ਯਾਨੀ ਜਦੋਂ ਐਕਸੀਡੈਂਟ ਹੋਇਆ ਤੇ ਵੀ ਤੁਹਾਨੂੰ ਪਤਾ ਸੀ ਵੀ 2 ਦਿਨ ਜਾਂ 10 ਦਿਨ ਜਾਂ ਮਹੀਨਾ ਹੋ ਗਿਆ? ਨਹੀਂ, ਅੱਲਾ ਦਾ ਨਿਜ਼ਾਮ ਹੈ ਜੀ। ਮੈਂ ਚਲਾਉਂਦਾ ਸਾਂ ਰੇੜਾ ਤੇ ਮੇਰੇ ਕੋਲ ਕੰਮ ਇੰਨਾ ਸੀ, ਬਹੁਤ ਜ਼ਿਆਦਾ। ਰੇੜੇ ਵੀ ਨਾਲ ਮੇਰੇ ਹੁੰਦੇ ਸਨ, ਟਰਾਲੀਆਂ ਵੀ ਮੈਂ ਚਲਾਉਂਦਾ ਸੀ। ਠੀਕ ਹੈ। ਕੰਮ ਇੰਨਾ ਟਰਾਲੀਆਂ, ਟਰੈਕਟਰ ਟਰਾਲੀ? ਟਰੈਕਟਰ ਟਰਾਲੀਆਂ। ਅੱਛਾ। ਮਤਲਬ ਲੋਕਾਂ ਦੇ ਘਰ ਮਾਲ ਭੇਜ ਲੋਕਾਂ ਦੇ ਘਰ ਆ ਜਿਨਾ ਆਪੂ ਤੁਹਾਡੇ ਕੋਲ ਰੇੜੇ ਸੀ? ਹਾਂ। ਉਹਦੇ ਜੀ ਮੈਨੂੰ ਪੈਸੇ ਬੜੇ ਬਚਦੇ ਸਨ। ਠੀਕ ਹੈ, ਅਲਹਮਦੁਲਿਲਾ। ਟਰਾਲੀ ਭੇਜੀ ਉਹਦੇ ਜੀ ਮੈਂ ਮਾਲਕ ਤੋਂ ਪੈਸੇ ਲੈਣੇ ਨੇ, ਜਿਹੜੇ ਮੇਰੇ ਨਾਲ ਜਾਣੇ ਉਹ ਵੀ ਮੈਂ ਮਤਲਬ ਪਿੱਛੋਂ ਪੈਸੇ ਲੈਣੇ। ਮੇਰਾ ਰੇਟ ਹੁੰਦਾ ਸੀ ਮੁੱਕੇ ਉਹਨਾਂ ਨਾਲ। ਜੀ ਆ ਪਹਿਲਾਂ ਹੀ ਅਗਲੇ ਰੇਟ ਤੇ ਮੈਂ ਵੇਚਦਾ ਸਾਂ। ਫਿਰ ਜੀ ਜੀ ਤੁਹਾਡੇ ਕੋਲ ਸੌਦਾ ਲੈ ਕੇ ਉਹਨਾਂ ਵੇਚ ਰਿਹਾ ਤੋਂ ਰੇਟ ਕਰ ਲੈਣਾ। ਜੀ ਆ ਜਿਹੜਾ ਕੋਈ ਚਾਹ ਪਾਣੀ ਅੱਲਾਹ ਤਾਲਾ ਵਿੱਚੋਂ ਰੋਟੀ ਦੇ ਦਿੰਦਾ। ਆਪਣਾ ਕਿਰਾਇਆ ਮੈਨੂੰ ਬਚਣਾ, ਕੋਈ ਪੈਸੇ ਉਧਰ ਬੜੇ ਬਚਣੇ। ਮਤਲਬ ਖੁਦਾ ਨੇ ਛੱਟੇ ਲਾ ਦਿੱਤੇ। ਜੀ ਬੜੀ ਬੜੀ ਅੱਲਾਹ ਦੀ ਰਹਿਮਤ। ਹਾਂ, ਬੜੇ ਪੈਸੇ। ਹਾਂ। ਮੈਂ ਸੁਬਹ ਨਮਾਜ਼ ਪੜ੍ਹਨੀ ਜੀ ਘਰ ਹੀ ਜੀ। ਤੇ ਠੀਕ ਰੇੜੇ ਤੇ ਚੜ ਜਾਣਾ। ਹਾਂ, ਬਿਸਮਿਲ੍ਲਾ ਕਰਕੇ। ਗਰਮੀ ਹੋਵੇ ਹਾਂ, ਕੰਮ ਦੇਣਾ ਹੁੰਦਾ ਅੱਲਾਹ ਨੇ। ਹਾਂ, ਠੀਕ ਹੈ। ਬੱਚਾ ਜਦੋਂ ਫੌਤ ਹੋਇਆ ਨਾ, ਹਾਂ ਜੀ, ਤੇ ਜਿਸ ਦਿਨ ਫੌਤ ਬੱਚਾ ਹੋਇਆ ਦੂਜੇ ਦਿਨ ਉਸੇ ਦਿਨ ਹੀ ਮੇਰੇ ਕੋਲ ਕੰਮ ਐਂਡ ਇੱਕ ਫੇਰਾ ਸੀ ਸਿਰਫ 500 ਦਾ। ਅੱਛਾ। ਇੱਟਾਂ ਦਾ ਉਹ ਮੈਂ ਲਿਆ ਕੇ ਲਾਇਆ ਅਬੂ ਵੱਡੜੇ ਮੈਂ ਫਿਰ ਜਾਣਾ ਪਿਆ ਪੱਠੇ ਤੇ। ਨਾਲ ਦਰਿਆ ਉੱਠਦੇ ਇੱਕ ਬੰਦਾ ਨਾ ਮੈਨੂੰ, ਹਾਂ, ਉਹ ਕਿੱਥੇ ਚਲੇ ਜੀ ਆ ਉਹਨੂੰ ਤੁਹਾਨੂੰ ਨਹੀਂ ਸੀ ਪਤਾ ਇਸ ਗੱਲ? ਮੈਨੂੰ ਪਤਾ, ਉਹਨੂੰ ਪਤਾ ਸੀ। ਹਾਂ। ਮੈਂ ਕਿ ਯਾਰ ਪੱਠੇ ਤੇ ਚਲੇ ਜੀ ਆ। ਅੱਛਾ ਫਿਰ ਉਹਦਾ ਗੱਲ ਨਾ ਵੜ ਗਿਆ। ਹਾਂ। ਮੈਂ ਗੱਲ ਕੇ ਦੱਸਣਾ। ਜੀ ਆ। ਨਹੀਂ ਕੋਈ ਨਹੀਂ, ਮੈਂ ਹੁਣ ਜੀ ਪੁੱਛ। ਯਾਨੀ ਤੁਹਾਨੂੰ ਕੋਈ ਖਬਰ ਨਹੀਂ ਕਿ ਅੱਜ ਮੇਰੇ ਬੇਟੇ ਦੀ ਡੈਡ ਬਾਡੀ ਬਾਹਰੋਂ ਆਉਣੀ ਹੈ? ਜੀ ਬਿਲਕੁਲ। ਜਾਂ ਯਾਨੀ ਕੋਈ ਕਾਨੋ ਕਾਨ ਕਿਸੇ ਨੇ ਦੱਸਿਆ ਨਹੀਂ, ਕੋਈ ਤਲਾਹ ਨਹੀਂ ਦਿੱਤੀ ਹੈ? ਆਲੀ ਮੇਰਾ ਮਤਲਬ ਹੈ। ਹਾਂ। ਮੈਂ ਜਿੱਥੇ ਗਿਆ ਨਾ ਤੇ ਮੇਰਾ ਇੱਕ ਟਿੰਡੀ ਜਿੰਨਾ ਆਂਦੇ ਨੇ ਨਾ ਭਾਬੀ ਨੇ ਸਾਰੇ। ਜੀ ਆ। ਪੱਠੇ ਵਾਲੇ। ਹਾਂ ਜੀ ਆ। ਹਾਂ, ਉਹਨਾਂ ਨਾਲ ਬੜੀ ਤੁਹਾਡੀ? ਉਹਨਾਂ ਨਾਲ ਮੇਰਾ ਪਿਆਰ ਹੈ। ਪਿਆਰ ਹੈ, ਤੂੰ ਝੂਠ ਨਹੀਂ ਬੋਲ ਨਾ, ਝੂਠ ਵਾਲਾ ਕੋਈ ਚੱਕਰ ਨਹੀਂ। ਕੋਈ ਨਹੀਂ ਪਿਆਰ, ਉਹ ਕੋਈ ਮੇਰੇ ਰਿਸ਼ਤੇਦਾਰ ਕੋਈ ਨਾ ਨਾ ਨਾ, ਲੇਕਿਨ ਉਹਨਾਂ ਦੀ ਸੱਚਾਈ ਤੁਹਾਡੇ ਦਿਲ ਦੇ ਵਿੱਚ ਜਿਹੜਾ ਖਲੋ ਗਿਆ ਜੀ। ਉਹ ਠੇਕੇਦਾਰ ਤੌਰ ਤੇ ਵੱਡਾ ਭਰਾ ਹੀ ਉਹਦਾ ਸੁਣਾਉਗਾ। ਅੱਛਾ। ਉੱਪਰ ਲੱਗਾ। ਹਾਂ। ਮੈਂ ਕਹਿੰਦਾ ਭਾਈ ਖਲੋ, ਹਮੇ ਉਹਦੀ ਗੱਲ ਸੁਣਨਾ ਸੁਣਾ। ਜੀ ਹਾਂ। ਸੁਣਾ ਬੇਟੇ ਦਾ ਸੁਣਾ ਕੋ ਆਏ ਕੋਈ ਨਹੀਂ। ਯਾਨੀ ਉਹਦੇ ਤੱਕ ਵੀ ਤਲਾਹ ਹੈ ਸੀ? ਉਹਨੂੰ ਪਤਾ ਸੀ। ਦੱਸੋ, ਸਿਰਫ ਤੁਹਾਨੂੰ ਨਹੀਂ ਸੀ ਪਤਾ? ਤੁਹਾਨੂੰ ਨਹੀਂ ਕਿਸੇ ਬੰਦੇ ਨੇ ਦੱਸਿਆ ਕਿ ਵੀ ਅੱਜ ਉਹਨਾਂ ਦੀ? ਉਹਨੂੰ ਮੈਂ ਆਖਿਆ 5-6 ਦਿਨ ਹੋਏ ਫੋਨ ਆਇਆ। ਹਾਂ ਜੀ ਹਾਂ। ਉਹਨੇ ਨਾ ਫੋਨ ਕਰਕੇ ਨਾ ਇੱਕ ਬੰਦੇ ਕੋਲ ਪੁੱਛਿਆ। ਹਾਂ, ਵੀ ਕਿੱਥੇ ਪਹੁੰਚੇ ਨੇ? ਉਹ ਬੰਦਾ ਸੀ ਦਰਿਆ। ਹਾਂ। ਉਹ ਫੋਨ ਉਹਨੇ ਕੀਤਾ ਲੇਕਿਨ ਮੈਂ ਉਹਦਾ ਫੋਨ ਸੁਣ ਲਿਆ। ਜੀ ਹਾਂ। ਤੁਹਾਨੂੰ ਹਾਂ ਸ਼ੱਕ ਪੈ ਗਿਆ ਤੁਹਾਨੂੰ? ਮੈਂ ਉੱਥੋਂ ਹੀ ਰੇੜਾ ਵਾਪਸ ਲੈਣ ਲੱਗਾ। ਹਾਂ, ਯਾਨੀ ਤੁਹਾਨੂੰ ਥੋੜਾ ਥੋੜਾ ਸ਼ੱਕ ਪਿਆ? ਸ਼ੱਕ ਪੈ ਗਿਆ ਮੈਨੂੰ। ਹਾਂ। ਮੈਂ ਰੇੜਾ ਲਿਆ ਖੜਾ ਕਰ। ਹਾਂ। ਮੈਂ ਆ ਕੇ ਆਪਣੀ ਟਪਲੀ ਮਾਰਨਾ। ਹਾਂ। ਵੀ ਖੈਰ ਹੈ ਜੀ ਹਾਂ। ਬੱਚੇ ਦਾ ਇਸ ਤਰ੍ਹਾਂ ਮੈਂ ਸੁਣ ਕੇ ਆਇਆ। ਜੀ ਹਾਂ। ਆ ਤੇ ਤੇਰੇ ਕੋਲ ਵਈ ਕੋਈ ਤਲਾਹ ਹੈ ਜਿਹੜੀ ਮੈਨੂੰ ਨਹੀਂ ਪਤਾ? ਖਤਮ ਹੋ ਗਿਆ ਬੱਚਾ ਮੇਰੇ। ਹਾਂ। ਨਹੀਂ ਠੀਕ ਹੈ। ਅੱਛਾ। ਫਿਰ ਅਸੀਂ ਜਿਹੜੇ ਉੱਥੇ ਮੁੰਡੇ ਸਨ ਉਹਨਾਂ ਨੂੰ ਸਾਰੇ ਆਖਣ ਨਹੀਂ ਠੀਕ ਹੈ ਹਸਪਤਾਲ। ਹਾਂ, ਬਸ ਉਹਨਾਂ ਨੇ ਵੀ ਜਿਹੜਾ ਨਾ ਇੱਕ ਬੰਦੇ ਤੇ ਮੈਨੂੰ ਇਤਮਾਦ ਸੀ, ਉਹਨੂੰ ਨਾ ਫੋਨ ਕੀਤਾ। ਅੱਛਾ। ਉਹ ਗੁੱਜਾ ਦੀ ਕੁਲੀ ਅਸੀਂ ਕਰਕੇ ਆਇਆ, ਉਹਨੂੰ ਫੋਨ ਕੀਤਾ ਤੇ ਉਹ ਮੈਨੂੰ ਆਂਦਾ ਮਾਮੂ ਮੇਰਾ ਜਾ ਕਰਾਂ ਮਾਮੂ ਭਾਈ ਜੁਮੇ ਵਾਲੇ ਦਿਨ ਤੁਹਾਡੀ ਮੁਲਾਕਾਤ ਕਰਾਂ। ਜੁਮੇ ਵਾਲੇ ਦਿਨ ਮੁੰਡੇ ਨਾਲ? ਹਾਂ, ਮੁਲਾਕਾਤ ਕਰਾਂ। ਠੀਕ। ਉਸ ਦਿਨ ਜੁਮਾ ਹੀ ਸੀ? ਨਹੀਂ। ਹਾਂ। ਜੁਮੇ ਨੂੰ ਹਾਲੇ 1-2 ਦਿਨ ਰਹਿੰਦਾ? ਨਹੀਂ, ਜੁਮੇ ਨੂੰ ਹਫਤਾ ਰਹਿੰਦਾ। ਪੂਰਾ ਹਫਤਾ ਰਹਿੰਦਾ ਸੀ? ਜੁਮੇ ਨਾਲ ਮਤਲਬ ਅੱਜ ਜੋ ਹੋਵੇ ਹਫਤਾ ਤੇ ਕੋਈ ਜੁਮਾ ਜਿਹੜਾ ਆਵੇ। ਆ ਵੀ ਜੁਮੇ ਵਾਲੇ ਦਿਨ ਤੁਹਾਡੀ ਉਹਨਾਂ ਨਾਲ ਉਹਦਾ ਮੁਲਾਕਾਤ ਕਰਾਉਂਦੇ? ਵੀ ਉਹਦੀ ਟਿਕਟ ਸ਼ਿਕਟ ਦਾ ਕੋਈ ਉਹ ਕਰਦਾ ਸੀ? ਪਤਾ ਨਹੀਂ ਉਹਨੇ ਕੀ ਕਰਨਾ, ਬਾਅਦ ਉਹਨੇ ਆਖਿਆ ਜੁਮੇ ਤੁਹਾਡੀ ਮੁਲਾਕਾਤ ਕਰਾਉਂਦੇ ਆ। ਠੀਕ ਹੈ। ਮੈਂ ਕਿਹਾ ਬੰਦਾ ਬੋਲਣ ਵਾਲਾ ਤਾਂ ਉਹਨੂੰ ਫੋਨ ਕੀਤਾ। ਮੈਂ ਕਿਹਾ ਖੈਰ ਹੀ ਚਲੋ ਜੁਮੇ ਜੁਮੇ ਵਾਲੇ ਦਿਨ ਕਰਾ ਲੈਂਦੇ ਆ। ਜੁਮਾ ਜਿਸ ਦਿਨ ਆਇਆ ਨਾ ਜੀ, ਡੈਡ ਬਾਡੀ ਮੇਰੇ ਬੂਹੇ। ਅੱਲਾਹੁ ਅਕਬਰ। ਉਸ ਬੰਦੇ ਨੂੰ ਪਤਾ ਸੀ ਫਿਰ ਹੈ ਕਿ ਵੀ ਡੈਡ ਬਾਡੀ ਨਾ ਮੇਰੀ ਜੁਮੇ ਵਾਲੇ ਦਿਨ ਆਉਣੀ। ਉਹ ਆਪਣੀ ਕੋਸ਼ਿਸ਼ ਕਰਦਾ ਸੀ ਵਿਚਾਰਾ ਹੈ। ਹਾਂ। ਤੇ ਜੁਮੇ ਦੀ ਉਹਨੇ ਆਪਣੇ ਛੋਟੇ ਭਰਾ ਨੂੰ ਨਾਲ ਭੇਜਿਆ। ਜੀ ਹਾਂ। ਡੈਡ ਬਾਡੀ ਤੇ ਯਾਨੀ ਆਪੂ ਉਹ ਬਾਹਰ ਹੀ ਰਿਹਾ ਤੇ ਆਪਣੇ ਭਾਈ ਨੂੰ ਭੇਜਿਆ ਲਾਸ਼ ਦੇ ਨਾਲ ਜਿਹੜਾ? ਹਾਂ। ਠੀਕ ਹੈ। ਤੇ ਚਾਰੇ ਪੰਜ ਤਰੇ ਭਰਾ ਇਕੱਠੇ। ਹਾਂ।
ਫਿਰ ਕੀ ਹੋਣਾ ਸੀ ਜਾ ਫਿਰ ਜਨਾਬ ਮੇਰੀ ਉਹੀ ਲੋਕ ਰੋਂਦੇ ਸਨ ਤੇ ਮੇਰਾ ਅਥਰੂ ਨਹੀਂ ਸੀ ਡਿੱਗਦਾ। ਹਾਂ ਅਥਰੂ ਰੁਕ ਗਏ ਹੈ ਅੱਲਾ ਦੀ ਤਰਫੋਂ ਜਨਾਬ ਮੇਰੀ ਕਿ ਵੀ ਅਥਰੂ ਫਿਰ ਕੇ ਉੱਥੇ ਵਗਣਾ ਸੀ ਜਦੋਂ ਬਸ ਹੈ ਫਿਰ ਨਾ ਉਹੀ ਬੇਟਾ ਸੀ ਜਿਹਦੇ ਤੇ ਕਮਾਨ ਸੀ ਪੜਾ ਲਿਖਾ ਕੇ। ਤੇ ਇਹ ਬੇਟੀ ਵਾਲੀ ਜਨਾਬ ਮੇਰੀ ਜਿਹੜੀ ਤੁਸੀਂ ਗੱਲ ਦੱਸੀ ਹੈ, ਯਕੀਨ ਕਰੋ ਵੀ ਇੰਨੀ ਤਕਲੀਫ ਹੁੰਦੀ ਹੈ। ਅੱਛਾ ਹੁਣ ਫਿਰ ਦੱਸਾਂ ਮੈਂ ਇੱਕ ਹੋਰ ਹੀ ਸੁਣਾਣਾ। ਜੀ ਬੇਟਾ ਫੌਤ ਹੋ ਗਿਆ ਹਾਂ ਤੇ ਮੈਨੂੰ ਉਸ ਹਕੂਮਤ ਨੇ 70,000 ਯੂਰੋ ਦਿੱਤਾ ਉਦੋਂ ਹਾਂ ਅੱਜ ਤੋਂ 14 ਸਾਲ ਪਹਿਲਾਂ। ਪਹਿਲਾਂ 14 ਸਾਲ ਹੋਏ ਨੇ ਬੇਟੇ ਨੂੰ ਫੌਤ ਹੋਏ। ਆਹੋ ਠੀਕ ਹੈ ਠੀਕ ਹੈ ਦਵਾਈ ਪੈ ਗਈ ਸਾਰਿਆਂ ਰੌਲਾ ਪਾ ਦਿੱਤਾ ਮਾਰ ਵਿੱਚ ਬੜਾ ਪੈਸਾ ਦਿੱਤਾ ਹਕੂਮਤ ਨੇ। ਹਾਂ ਹਕੂਮਤ ਜੀ ਨੇ ਦਿੱਤਾ ਨਾ ਹਾਂ ਗਵਰਨਮੈਂਟ ਨੇ ਆ ਜਾ ਹਾਂ ਠੀਕ ਹੈ ਫਿਰ ਉਹ ਰਿਜ਼ਕ ਅੱਲਾ ਨੇ ਮੇਰਾ ਭੇਜ ਦਿੱਤਾ ਜੀ ਆ ਜਾ ਬਿਲਕੁਲ ਹਾਂ ਸਵਾਬ ਉਹ ਬੱਚਾ ਬਣਿਆ ਨਾ ਬਿਲਕੁਲ ਆ ਤੇ ਉਹ ਜ਼ਰੀਆ ਬਣ ਗਿਆ ਜ਼ਰੀਆ ਬਣ ਗਿਆ ਹਾਂ, ਮੇਰਾ ਜੀ ਹਾਂ। ਰੋਟੀ ਖਾਣ ਦਾ। ਰੋਟੀ ਖਾਣ ਦਾ ਜੀ ਹਾਂ ਉਹ ਫਿਰ ਜਵਾਈ ਦੇ ਜ਼ਿਹਨ 'ਚ ਇਹ ਪੈ ਗਿਆ ਹਾਂ ਵੀ ਬਾਬਰਾਂ ਕੋਲ ਪੈਸੇ ਨੇ ਬਾਬਾ ਸ਼ਾਦੀ ਨਾ ਹੋਰ ਕਰ ਲੈ ਹਾਂ ਉਹ ਆਪਣੇ ਚੱਕਰ 'ਚ ਜਾਇਦਾਦ ਮੇਰੀ ਹੈ ਸਾਰੀ। ਹਾਂ ਅੱਛਾ ਉਹ ਹੁਣ ਉਹ ਦੇਖੋ ਉਹਦੀ ਬੇਈਮਾਨੀ ਤੁਸੀਂ ਦੇਖੋ ਉਹ ਫਿਰ ਬੇਟੀ ਹੈ ਨਹੀਂ ਮੇਰੀ ਹਾਂ ਉਹਦੇ ਦੇ ਜ਼ਿਹਨ 'ਚ ਆ ਗਿਆ ਹੈ। ਹਾਂ ਆ ਵੀ ਬਾਬੇ ਦੀ ਸ਼ਾਦੀ ਸ਼ੁਭ ਹੈ, ਸ਼ੁਭੇ ਦੀ ਹਾਂ ਗੱਲ ਸ਼ੁਭੇ ਵਾਲੀ ਗੱਲ ਬਾਬਾ ਨੇ ਹੈ ਨਾ ਹਾਂ ਮਸ਼ਵਰਾ ਕੀਤਾ ਆ ਪਲਾਨਿੰਗ ਦੇ ਨਾਲ ਪਲਾਨਿੰਗ ਨਾ ਕੰਮ ਹੈ। ਹਾਂ ਫਿਰ ਸਾਨੂੰ ਦੋਵਾਂ ਬੰਦਿਆਂ ਨੂੰ ਹਾਂ। ਬੇਟੀ ਮੇਰੀ ਤਾਂ ਪਹਿਲੇ ਫੌਤ ਹੋ ਗਈ ਸੀ ਛੋਟੀ। ਜੀ ਹਾਂ ਅਤੇ ਇਹ ਹੀ ਬੇਟੀ ਸੀ ਇਹ ਵੱਡੀ ਬੇਟੀ ਸੀ। ਹਾਂ ਸਾਨੂੰ ਫਿਰ ਨਾ ਤਵੀਜ਼ ਵੀ ਦਿੱਤੇ ਨੇ ਦੋਵਾਂ ਰਲ ਕੇ ਬਿਲਕੁਲ ਜੀ ਹਾਂ ਰਲ ਕੇ ਮੈਂ ਨਹੀਂ ਕਹਿੰਦਾ ਕੱਲੇ ਪਹੁੰਚੇ। ਬਜ਼ੁਰਗੋ ਯਕੀਨ ਕਰੋ ਵੀ ਅੱਲਾ ਮਾਫ ਕਰੇ ਇਹਨਾਂ ਲਫ਼ਾਜ਼ਾਂ ਤੋਂ ਵੀ ਇਸ ਨਾ ਮੇਰੀ ਖੂਨ ਤੇ ਵੀ ਬੰਦਾ ਭਰੋਸਾ ਨਹੀਂ ਕਰ ਮੈਂ ਸਕਦਾ ਜਨਾਬ ਅਲੀ ਦੱਸਣਾ ਤੁਹਾਨੂੰ ਜੀ। ਤੇ ਇੱਕ ਦਰਖਤ ਦੇ ਨਾਲ ਜੰਗਲ 'ਚ ਛੋਟਾ ਜਿਹਾ ਮੈਂ 10 ਬੰਦੇ ਦੇ ਦੁੱਖ ਲਾਏ ਬੜੇ ਸੰਘਣੇ ਜੀ ਬਾਲਣ ਛਾਲਣ ਵਾਸਤੇ। ਹਾਂ ਉਹਦੇ ਤੋਂ ਦਰੇਕ ਸੋਗੀ ਮੈਂ ਵੱਢਣਾ ਤੇ ਨਾਲ ਨਾ ਹਾਂ ਗੋਸ਼ਤ ਦੇ ਵਿੱਚ ਉਹ ਤਵੀਜ਼ ਸਨ ਓਏ ਗੋਸ਼ਤ ਸੁੱਕ ਗਏ ਅਸੀਂ ਓਏ ਹੋਏ ਅੱਛਾ ਨਹੀਂ ਕਦੋਂ ਦਾ ਸੁੱਕ ਗਏ ਅਸੀਂ ਹਾਂ। ਹੋਏ ਸਨ। ਐਡਾ ਜ਼ੁਲਮ ਆ ਇੱਕ ਦਰਖਤ ਅਸੀਂ ਪੁਰਾਣਾ ਖੂਹ ਕਰਕੇ ਆਉਂਦੇ ਹਾਂ ਉੱਥੇ ਜੀ। ਜ਼ਮੀਨ ਹੈ ਉੱਥੇ ਇੱਕ ਡਾਲੀ ਨਾਲ ਹਾਂ ਤਾਰ ਨਾਲ ਤਵੀਜ਼ ਬੱਧੇ ਤਾਰ ਵਿੱਚ ਵੜ ਗਈ ਡਾਲੀ ਦੇ ਆ ਯਾਨੀ ਇੰਨੇ ਪੁਰਾਣੇ ਇਹਨਾਂ ਨੇ ਬੰਨੇ ਸਨ ਬੰਨੇ ਸਨ। ਹਾਂ ਉਹ ਵੀ ਮੈਂ ਲਾ ਲਿਆ ਤੇ ਉਹ ਵੀ ਲਾ ਲਿਆ ਹਾਂ ਲਾ ਕੇ ਤੇ ਮੈਂ ਹਾਫਜ਼ੇ ਕੁਰਾਨ ਹੈ ਉਸੇ ਉਹ ਨਾ ਉਹਨਾਂ ਦਾ ਮੁੰਡਾ ਇੱਕ ਜੀ ਤਿੰਨ ਭਾਈ ਨੂੰ ਹਾਫਜ਼ੇ ਕੁਰਾਨ ਹਾਂ ਠੀਕ ਹੈ ਇੱਕ ਨਾਲ ਮੇਰਾ ਪਿਆਰ ਸੀ ਹਾਂ ਉਹਨੂੰ ਮੈਂ ਨਾਲ ਹੀ ਆਪ ਸਾਹਿਬ ਹਾਂ ਦੇਖੋ ਕੀ ਹੈ। ਜੀ ਹਾਂ ਉਹ ਥੋੜਾ ਜਿਹਾ ਦਮ ਰੋਜ਼ੀ ਕਰਦਾ ਸੀ ਇਹ ਹਾਂ। ਬੰਦੇ ਤੇ ਕੱਪੜਾ ਵੇਚਦਾ ਸੀ ਤਾਂ ਹਾਂ। ਦੱਸਦਾ ਸੀ, ਕੱਪੜਾ ਵੇਚਦਾ ਦੱਸ ਨਾ ਕਪੜਾ ਦੇਖ ਕੇ ਦੱਸ ਛੱਡ ਮਾਰਦਾ ਸੀ ਹਾਂ ਪੜਦਾ ਪੜਦਾ ਸੀ ਜੀ ਮੈਨੂੰ ਆਂਦਾ ਚਾਚਾ ਜੀ ਰੋਜ਼ ਛੜੋ ਬਾਗਦੇ ਪਾਣੀ ਚ ਕੁਝ ਵੀ ਨਹੀਂ ਹੈ। ਆ ਬਸ ਉਹਨੇ ਫਿਰ ਵਿਚਾਰੇ ਨੇ ਜਿਹੜਾ ਨਾ ਨਾ ਮੈਂ ਵੀ ਆਖਾਂ ਨਾ ਹਾਂ ਯਾਰ ਹੁੰਦਾ ਕੀ ਇਹ ਤਵੀਜ਼ ਕੋ ਪਾ ਹਾਂ ਜੀ ਹੁੰਦਾ ਕੀ ਹੈ ਕੁਝ ਵੀ ਨਹੀਂ ਹੁੰਦਾ। ਮੈਂ ਹਾਂ। ਕਿਹਾ ਐਵੇਂ ਲੋਕਾਂ ਨੂੰ ਭੰਡ ਬਣਾ ਦੇ ਤਵੀਜ਼ ਪਾਓ ਇਹਨੂੰ ਤਵੀਜ਼ ਪਾਓ ਮੈਂ ਕੀ ਹੋਵੇਗਾ ਹਾਂ ਕੋਈ ਨਹੀਂ ਹੁੰਦਾ ਹਾਂ ਹੂੰ ਫਿਰ ਇੱਕ ਬੰਦਾ ਜਿਹੜਾ ਹੱਲ ਕਰਦਾ ਸੀ ਇਹਨਾਂ ਦਾ ਹਾਂ। ਉਹ ਬਰਨਾਲੇ ਸੀ। ਅੱਛਾ ਆ ਬਰਨਾਲੇ ਹਾਂ ਹਾਂ ਉਹਦੇ ਕੋਲ ਮੈਨੂੰ ਉਹ ਲੈ ਗਿਆ ਉਹਦਾ ਉਸਤਾਦ ਸੀ ਅੱਛਾ ਉਹ ਮਿਲਿਆਰੀ ਦੁਕਾਨ ਕਰਦਾ ਪੰਸਾਰੀ ਦੀ ਠੀਕ ਹੈ ਉਹ ਉਹ ਬੰਦਾ ਬਰਨਾਲੇ ਵਾਲਾ ਬਰਨਾਲਿਆ ਕਿਸੇ ਨੂੰ ਕੋਈ ਹੋਵੇ ਨਾ ਇਹ ਆ ਜਿਹਦੀ ਕੋਈ ਗੱਲ ਗੱਲ ਜੀ ਉਹ ਜਨਾਬ ਦੰਦ ਦੀ ਕਾਢਾ ਲੰਦਾ ਕੁਝ ਨਹੀਂ ਆਉਂਦਾ ਵੀ ਮੈਨੂੰ ਲੈ ਚਲੋ ਜੀ ਛੱਡ ਜਾਇਓ ਬਸ ਆਇਆ ਹੀ ਜਨਾਬ ਮੇਰੀ ਉਹਦੀ ਤਕਲੀਫ ਹੋਇਆ ਸਾਈ ਦੀ ਜਾਂ ਕੋਈ ਹੁੰਦੀ ਹੈ ਹਾਂ ਨਾ ਜੀ ਜੀ ਦੰਦ ਨੂੰ ਦਾ ਨਾਮ ਹਾਂ ਇਹ ਉਹ ਜਿਹੜੀ ਅੱਜ ਤੱਕ ਸੀ ਪੰਸਾਰੀ ਹਾਂ ਮੇਰੇ ਕੋਲ ਆਪ ਸਾਹਿਬ ਨੂੰ ਲੈ ਗਏ ਆਪ ਸਾਹਿਬ ਦੇ ਉਸਤਾਦ ਵੀ ਸਨ। ਠੀਕ ਹੈ ਮੈਨੂੰ ਵੇਖ ਕੇ ਕਹਿੰਦੇ ਨੇ ਤੈਨੂੰ ਵੀ ਤਵੀਜ਼ ਪਾਏ ਨੇ। ਹਾਂ ਮੈਂ ਆਪਣੀ ਬੀਵੀ ਦਾ ਕੁੱਤਾ ਖੜਿਆ ਨੇ ਇਹਨੂੰ ਵੀ ਤਵੀਜ਼ ਨੇ ਪਾਏ। ਚਲੋ ਦੋਨੋਂ ਹੋ ਗਏ ਮੈਂ ਆਖਿਆ ਚਲੋ ਪਾਏ ਹਾਂ ਕੋਈ ਨਹੀਂ ਆ ਪਾਏ ਹਾਂ ਗੁਜ਼ਾਰਾ ਹੁੰਦਾ ਰਿਹਾ। ਜੀ ਹਾਂ ਮੇਰੀ ਬੀਵੀ ਨੇ ਤੇਰੀ ਸ਼ਾਦੀ ਕਰਨੀ। ਅੱਛਾ ਸ਼ਾਦੀ ਤੋਂ ਪਹਿਲਾਂ ਅਸੀਂ ਦੋਏ ਅੱਜ ਤੇ ਗਏ ਹਾਂ ਖੁਦਾ ਨੇ ਆਪਣੇ ਘਰ ਵਿਖਾਇਆ। ਹਾਂ ਆਪਣਾ ਘਰ ਵਿਖਾਇਆ ਫਿਰ ਹਾਂ ਅੱਜ ਤੇ ਜਦੋਂ ਗਿਆ ਤੇ ਹੋਰ ਇੱਕ ਨਵੀਂ ਗੱਲ ਸੁਣ ਲਈ ਜੀ ਰਿਕਾਰਡ ਕਰਦੇ ਹੋ ਜੀ ਹਾਂ ਉਹ ਗੱਲ ਹੈ ਵੀ ਕਿ ਹਾਂ। ਜਿਹੜੇ ਮੇਰੇ ਭਾਈ ਦਾ ਜਵਾਈ ਹੈ ਨਾ ਜੀ। ਸਾਡੀ ਬਾਜੂ ਦਾ ਹਾਂ ਅੱਛਾ ਉਹਨੇ ਮੇਰੀ ਭਰਜਾਈ ਕੋਲ ਦਰਖਾਸਤ ਦਵਾ ਦਿੱਤੀ ਵੀ ਇਹ ਮੇਰੇ ਨਾਲ ਇਹਨੇ ਜ਼ਿਆਦਤੀ ਕੀਤੀ। ਮੈਂ ਦੇਖੋ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਚਾਚਾ ਜੀ ਦੀ ਵੀ ਤਾਰੀਖ ਹੋਈ ਉਧਰੋਂ ਹਾਂ ਤੇ ਉਧਰੋਂ ਇਹਨੇ ਦਰਖਾਸਤ ਦੇ ਦਿੱਤੀ ਉਹਦੇ ਰੁਕਸਾਨ ਉੱਤੇ ਸਾਂਝੇ ਤੇ ਮੈਂ ਕਿਹਾ ਤੂੰ ਕਿਉਂ ਵੱਡੇ ਨੇ ਹਾਂ ਤੇ ਮੇਰੇ ਨੇ ਤੇਰੇ ਤੋਂ ਆਈ ਕੋਈ ਨਹੀਂ। ਜੀ ਹਾਂ ਤੇ ਉਹਨੇ ਥਾਣੇ ਆ ਦਰਖਾਸਤ ਦਿੱਤੀ ਕੱਪੜੇ ਛੱਪੇ ਵੀ ਪਾੜ ਕੇ ਨਾ ਆ ਦੇਖੋ ਪੇਸ਼ ਹੋ ਗਈ ਥਾਣੇ ਹਾਂ ਦਰਖਾਸਤ ਦਿੱਤੀ। ਅੱਛਾ ਥਾਣੇ ਵਾਲੇ ਲੈ ਗਏ ਮੈਨੂੰ। ਹਾਂ ਤੇ ਚਲੋ ਬਾਬਾ ਜੀ ਉਹਨੇ ਮੈਨੂੰ ਗਾਲਾਂ ਵੀ ਕੱਢੀਆਂ ਪੁਲਿਸ ਵਾਲੇ ਜੀ ਨੇ ਹਾਂ ਮਾਰੇ ਹੱਥ ਨਾ ਮੇਰਾ ਕਿਸੇ ਬੰਦਾ ਰਲ ਪਿਆ। ਹਾਂ ਉਹਨੇ ਆਖਿਆ ਬੰਦਾ ਠੀਕ ਹੈ ਕੀ ਆ ਉਹ ਸ਼ਰੀਫ ਆਦਮੀ ਜਨਾਬ ਮੇਰੀ ਕੋ ਖੁਦਾ ਦਾ ਖੌਫ ਕਰੋ ਆ ਦੇਖੋ ਇਹ ਗਾਲਾਂ ਕੱਢੀਆਂ ਹਾਂ ਤਾਂ ਜਾਓ ਤੇ ਫੇਰੇ ਆ ਜਾਏ। ਇਹ ਮੈਂ ਇਹਦੇ ਪਿੱਛੇ ਉਹ ਪੈਸੇ ਬਿਮਾਰੀ ਸੀ ਸਾਰਿਆਂ ਰਿਸ਼ਤੇਦਾਰਾਂ ਦੀ ਔਰ ਦੀ ਵਜ੍ਹਾ ਜੀ ਬਿਲਕੁਲ ਬਈ
ਪੈਸੇ ਨੇ ਦੇਖੋ ਵੇ ਦੇ ਕੋਲੇ ਪੈਸੇ ਨੇ, ਉਹ ਮਰਨ ਵਾਲੇ ਹੋਏ ਨਹੀਂ ਸਾਰੇ ਸਾਖ ਹੈ। ਇਹ ਜਨਾਬ ਥਾਣੇ ਜਿਵੇਂ ਹਾਂ ਅੱਲਾਹ ਤਾਲਾ ਸੁਭਾ ਆ ਰਿਓ ਹਾਂ ਜਿਹੜਾ ਬੰਦਾ ਨਾਲ ਮੇਰਾ ਮੈਂ ਕਿਸੇ ਨੇ ਆਖਿਆ 3000 ਰੁਪਇਆ ਦੇ, ਮੈਂ ਕਿਹਾ ਮੈਂ ਕੋਈ ਪੈਸੇ ਲੈ ਕੇ ਆਇਆ ਜੀ ਹਾਂ ਸਵੇਰੇ ਦੇ ਰਿਹਾ ਹਾਂ ਸਵੇਰੇ ਦੀ ਭਾਈ ਨਾ ਹਾਂ ਅਸੀਂ ਜਾਣ ਤੋਂ ਪਹਿਲਾਂ ਹੀ ਮਤਲਬ ਉਹ ਦਰਖਾਸਤ ਸੈਸ਼ਨ ਕੋਰਟ ਦੇ ਗਿਆ। ਹਾਂ ਠੀਕ ਹੈ, ਉਹ ਪੋਸਟ ਉੱਥੇ ਹੀ ਰਹੀ ਹੋ ਸੈਸ਼ਨ ਨੇ ਬੁਲਾ ਲਿਆ ਸਾਨੂੰ, ਇੱਥੇ ਆ ਗਏ ਹਾਂ ਇੱਥੇ ਨਹੀਂ ਆਏ। ਅੱਛਾ ਇਨਕੁਆਇਰੀ ਪੈ ਗਈ ਸਾਡੀ, ਹਾਂ ਜਿਹੜਾ ਸਾਡੇ ਇਲਾਕੇ ਦਾ ਸੀ ਨਾ ਆ ਜਿਹੜਾ ਵੀ ਸੀ ਆ ਸਾਨੂੰ ਦੇ ਅੱਛਾ ਉਹ ਟੁੱਟ ਗਿਆ। ਅੱਛਾ ਉਹ ਸੈਦ ਸੀ ਅਬਾਸ ਅਲੀ ਸ਼ਾਹ, ਅਬਾਸ ਅਲੀ ਸ਼ਾਹ ਹਾਂ ਉਹ ਜਾ ਕੇ ਕਹਿੰਦਾ ਇਨਕਾਰੀ ਕਰ ਰਹੀ ਭਾਈ ਤੁਹਾਡੀ ਹਾਂ ਤੇ ਉਹ ਬੰਦੇ ਲਿਆ ਹਾਂ ਪਿੰਡੂ ਸ਼ਾਤੀ ਸ਼ਾਤੀ ਵਿੱਚ ਹਾਂ। ਸਫਾਈ ਤੇਰੀ ਜੀ ਹਾਂ। ਹਾਂ। ਕਿ ਤੇਰੇ ਤੇ ਦਰਖਾਸਤ ਹੈ ਜੀ ਹਾਂ। ਸੈਸ਼ਨ ਕੋਰਟ ਹੋ ਗਈ, ਠੀਕ ਹੈ ਮੈਂ ਇਨਕੁਆਰੀ ਕਰਕੇ ਆਇਆ। ਹਾਂ ਆ ਜਾ ਭਾਈ ਮੈਂ ਤੁਸੀਂ ਚਾਹ ਪੀਓਗੇ ਪਾਣੀ ਪੀਓਗੇ ਹਾਂ। ਮੈਂ ਗਏ ਹਾਂ। ਕਹਿੰਦੇ ਤੂੰ ਉਹਨੂੰ ਕੋਈ ਬਿਮਾਰੀ ਕਹਿੰਦਾ ਵੀ ਕੱਚੇ ਦੁੱਧ ਦੀ ਲੱਸੀ ਬਣਾ ਕੇ ਦੇ। ਆ ਕੋਈ ਹੋਵੇ ਤਾਂ ਉਹਨੂੰ ਮਸਲਾ ਹਾਂ ਠੀਕ ਹੈ ਸ਼ਹਿਰਾਂ ਨੂੰ ਹਾਂ ਨਮਕੀਨ ਹਾਂ। ਮਿੱਠੀ ਵੀ ਨਹੀਂ ਅੱਛਾ ਉਹਨਾਂ ਦੀ ਲੱਸੀ ਨੂੰ ਉਹਨੇ ਕੱਚੇ ਦੁੱਧ ਦੀ ਹਾਂ। ਪੀਤੀ ਗਰਮੀ। ਠੀਕ ਹੈ ਹਾਂ ਫਿਰ ਉਹ ਮੈਨੂੰ ਵਾਲੇ ਬੰਦੇ ਲਿਆ, ਇੱਕ ਬੰਦਾ 2007 ਆਏ ਨਾ ਹਾਂ ਭਈ ਇਹ ਬੰਦਾ ਠੀਕ ਹੈ ਝੂਠ ਮਾਰਦੇ ਨੇ ਵੀ ਉਹ ਬਸ ਹਾਂ ਕਰ ਇਹਨੇ ਬੜੇ ਯਾਨੀ ਸਾਰਾ ਮਹੱਲਾ ਸਾਰਾ ਪਿੰਡ ਜਨਾ ਮੇਰੀ ਇਸ ਗੱਲ ਵਾਸਤੇ ਵੀ ਇੱਥੇ ਜਾ ਰਿਹਾ ਉਹ ਇਹ ਕੰਮ ਕਰਦਾ ਜੀ ਹਾਂ ਹੱਥੀਂ ਪੈਂਦਾ ਪਿਆ ਲੋਕਾਂ ਦੇ ਧੀਆਂ ਭੈਣਾਂ ਹਾਂ ਅਸਲ ਉਹ ਰੋਏ ਪੈਸੇ ਪੈਸੇ ਹਾਂ ਫਿਰ- ਸਾਰਿਆਂ ਨੂੰ ਹਾਂ ਉਹ ਫਿਰ ਮੈਨੂੰ ਆਂਦਾ ਥਾਣੇਦਾਰ ਜੀ ਹਾਂ ਵੀ ਮੈਨੂੰ ਪੈਸੇ ਦੇ ਤੇ ਤੂੰ ਤਾਰੀਖ ਤੇ ਵੀ ਨਾ ਜਾ। ਹਾਂਜੀ ਦੇਖੋ ਨਾ ਹੁਣ ਇੱਥੇ ਕਿਹਨੂੰ ਬੰਦਾ ਮੈਂ ਉਹਦੀ ਗੱਲ ਤੇ ਨਾ ਰਿਹਾ, ਮੈਂ ਵਕੀਲ ਕੀਤਾ ਕਿ ਉਹਨੂੰ 5000 ਰੁਪਏ ਦਿੱਤਾ। ਹਾਂ ਮੈਂ ਕਿਹਾ ਇਹ ਕੇਸ ਅਦਾਲਤੀ ਹੈ ਤੇ ਮੈਂ ਇੱਥੋਂ ਹੀ ਮਕਾਣਾ ਇਹਨੂੰ ਹਾਂ ਹੈਲੋ ਉਹ ਵੀ ਉਂਝ ਲਿਖ ਛੱਡਦਾ ਨਾ ਅਗਰ ਲਿਖੀ ਨਹੀਂ ਉਹਨੇ ਹਾਂ ਲਿਖ ਕੇ ਉਹਨੇ ਆਖਿਆ ਸਾਰਾ ਝੂਠ ਹੈ ਹਾਂ ਫਰਾਡ ਇੱਥੇ ਹੈ ਭਾਗ ਗਏ ਹਾਂ ਨਾ ਕੋਈ ਬਾਤ ਨਹੀਂ ਕੋਈ ਹੱਥੀ ਨਹੀਂ ਪਿਆ ਕੋਈ ਇਹਦੇ ਨਾਲ ਜਨਾਬ ਮੇਰੇ ਮੌਜੂਦ ਹੈ। ਹਾਂ ਨਕਲ ਮੌਜੂਦ ਆ ਉਹ ਜਨਾਬ ਉਹ ਲਿਖ ਦਿੱਤਾ। ਹਾਂ ਫਿਰ ਆਇਆ ਜ਼ਰੂਰ ਇੱਥੇ ਅੱਛਾ ਆ ਕੇ ਨਾਲ ਆਮਣਾ ਸੁਣਾ ਉਹਨੇ ਆ ਕੇ ਮੋਹਰ ਲਵਾ ਕੇ ਖੜਿਆ ਜੀ ਜਾ ਕੇ ਨਕਲ ਦਿੱਤੀ ਸੀ ਮੈਨੂੰ। ਹਾਂ। ਮੈਂ ਆਪਣੇ ਨਾਲ ਆਇਆ, ਮੇਰੇ ਹਾਂ। ਆਂਦੇ ਨੂੰ ਕੇਸ ਭੁਗਤ ਗਿਆ। ਅੱਛਾ ਕੇਸ ਹਾਂ ਉਹ ਅਸਲ ਉਹਦੇ ਤੇ ਜੱਜ ਨੇ ਫੈਸਲਾ ਦੇ ਛੜਿਆ ਮੈਨੂੰ ਆਂਦਾ ਪੈਸੇ ਦੇ, ਮੈਂ 3000 ਦੇ ਆਂਦਾ ਨਹੀਂ 5000 ਦੇ, ਮੈਂ ਕਿਹਾ ਜੀ 5000। ਹਾਂ ਜੀ ਹਾਂ ਉਹਦੀ ਵੀ ਬੜੀ ਗੱਲ ਹੈ ਕਿ ਉਹਨੇ ਸੱਚਾਈ ਦਾ ਸਾਥ ਦਿੱਤਾ ਜੀ ਹਾਂ ਜਨਾਬ ਮੁੱਕ ਗਿਆ ਕੰਮ। ਹਾਂ। ਅਸੀਂ ਅੱਜ ਤੱਕ ਟੁੱਟ ਗਏ। ਹਾਂ ਅੱਜ ਤੋਂ ਵਾਪਸ ਆਏ ਭਰਜਾਈਆਂ ਨੇ ਮਾਰ ਰੱਖੀ, ਮੈਂ ਉਹਨੂੰ ਬਦਤਮੀਜ਼ੀ ਨਾਲ ਬੋਲਿਆ ਹਾਂ ਜੀ ਹਾਂ ਗੁੱਸੇ ਨਾਲ। ਆ ਵੀ ਤੂੰ ਮੇਰੇ ਨਾਲ ਕਿਹੜਾ ਜ਼ੁਲਮ ਕੀਤਾ ਔਰ ਮੇਰੇ ਤੇ ਕੀ ਤੁਹਮਤ ਲਾਈ ਹੈ ਤੂੰ ਇਲਜ਼ਾਮ ਲਾਇਆ ਝੂਠਾ ਉਹਦੇ ਬੱਚੇ ਹੁੰਦੇ ਸਨ ਸਿਆਲ ਕੋ ਹਾਂ ਕੰਮ ਕਰਦੇ ਸੀ ਉੱਥੇ ਠੀਕ ਹੈ ਉੱਥੇ ਉਹ ਗਈ ਤੇ ਉੱਥੇ ਹੀ ਮਰ ਗਈ, ਉੱਥੇ ਹੀ ਦਫਨ। ਉਹਨੇ ਫਿਰ ਇੰਜੀ ਉਹਦਾ ਹਾਲ ਹੈ ਇੰਜੀ ਹੋਣਾ ਸੀ ਨਾ ਜਦੋਂ ਝੂਠੀਆਂ ਆਂਦੀ ਹੈ ਬਈ ਹਾਂ। ਚਾਚਾ ਫਿਰ ਮਾਮਾ ਬਈ ਹਾਂ। ਇਹ ਜਿਸੇ ਇੱਥੇ ਆਈ ਹੈ ਨਾ ਹਾਂ ਤੇ ਬਿਮਾਰ ਹੋਈ ਹੈ, ਹਾਂ ਇਹ ਹੀ ਆਂਦੀ ਸੀ ਹੂੰ ਐ ਅੱਲਾ ਮੈਨੂੰ ਮਾਫ ਕਰ ਦੇ, ਹਾਂ। ਜ਼ਿਆਦਤੀ ਕੀਤੀ ਹੈ, ਅੱਲਾ ਮੈਨੂੰ ਮਾਫ। ਝੂਠਾ ਦੇਖੋ ਨਾ ਕਿਸੇ ਸਿਰ ਝੂਠੀ ਅਗਰ ਜਨਾਬ ਮੇਰੀ ਦਿਓ ਤੇ ਨਾ ਗਵਾਹੀ ਤੁਸੀਂ ਤੇ ਉਹਦੀ ਸਜ਼ਾਵਾਂ ਦੇਖੋ ਕਿੰਨੀਆਂ ਨੇ ਭਾਈ ਉਹਦਾ ਹਾਂ। ਪੈਸੇ ਮੰਗਦਾ ਸੀ, ਹਾਂ। ਚਾਚੇ ਮੇਰੇ ਨੂੰ ਆਂਦਾ ਯਾਰ ਖਰਚਾ ਦਿਓ ਤੇ ਰਾਜ਼ੀਨਾਮਾ ਕਰ ਲਓ, ਇਹਨੇ ਅੱਜ ਤੇ ਜਾਣਾ ਹੈ। ਜੀ ਹਾਂ ਚਾਚਾ ਮੈਨੂੰ ਆਂਦਾ ਕੋਈ ਇਹਨੂੰ ਪੈਸੇ ਲਾ ਜਾ ਕੇ। ਮੈਂ ਕਿਹਾ ਚਾਚਾ ਮੈਂ ਪੈਸੇ ਕੋਈ ਨਹੀਂ ਦੇਣੇ, ਪੈਸੇ ਨਹੀਂ ਦੇਣੇ ਆ ਜੀ ਹਾਂ ਜੇ ਅੱਲਾ ਨੂੰ ਹੋਇਆ ਨਾ ਮਨਜ਼ੂਰ ਮੇਰਾ ਜਾਣਾ ਉੱਥੇ ਜੀ ਹਾਂ ਤੇ ਮੈਂ ਟੁਰ ਜਾ, ਟੁਰ ਜਾਣਾ ਪੈਸੇ ਕੋਈ ਨਹੀਂ ਦੇਣੇ। ਹਾਂ तो खर्च हो गया काम। ਹਾਂ ਠੀਕ ਹੈ ਜੀ उन्हें आखिया तेरी शादी करना है, अच्छा उन्हें ठीक मेरी फिर शादी की थी। अच्छा बीवी ने फिर शादी की थी शादी की थी, ठीक है शादी जो है की थी जी ते उन लैन दी घर है। ठीक है एक ए बीवी मेरी का जो दिमागी तवाज़न है ना, जी वो नहीं सी ठीक नहीं हाँ। ठीक सी। अच्छा। आज तो बाद आके की थी शादी हाँ ਤੇ ਉਹਦੇ ਕੁਜ਼ੇਨ ਦੇ ਵਿੱਚ ਫਰਕ ਪਿਆ ਵੀ ਮੈਂ ਕੀ ਕੀਤਾ ਹੈ ਹਾਂ। ਆਪਣੀ ਅੱਛੀ ਸੌਕਣ ਲੈਂਦੀ। ਲੈਂਦੀ ਏ ਅੱਛਾ ਮੇਰੀ ਸਮਝ 'ਚ ਆਈ ਨਾ ਗੱਲ। ਜੀ ਹਾਂ ਹਾਲਾਂਕਿ ਆਪਣੀ ਮਰਜ਼ੀ ਨਾਲ ਉਹਨੇ ਕੀਤਾ ਹੈ, ਕੋਈ ਜਨਾਬ ਮੇਰੀ ਸਾਡੀ ਤੇ ਕੋਈ ਉਹ ਇਹੀ ਮੈਂ ਉਹਨੂੰ ਨਾ ਹੂੰ ਇੱਥੇ ਗੁਜਰਾਤ ਲਿਆਂਦਾ, ਹਾਂ ਚੈੱਕ ਕਰਾਇਆ ਚੈੱਕ ਕਰਾਇਆ, ਉਹਨੂੰ ਦਵਾਈ ਦਿੱਤੀ, ਹਾਂ। ਉਸ ਡਾਕਟਰ ਦੀ ਫੀਸ ਸਾਡੇ ਕੋਲ ਕੋਈ ਨਹੀਂ ਲਈ। ਹਾਂ ਐਸ ਵਾਈ ਦਾ ਵੀ ਉਹਨੇ ਆਖਿਆ ਇਹ ਤਾਂ ਕਿਉਂ ਹੋਇਆ ਖਰਾਬ। ਮੈਂ ਕਿਹਾ ਇੱਕੇ ਦਾ ਬੇਟਾ ਸੀ, ਜੀ ਹਾਂ ਉਹ ਦੁਨੀਆ ਤੋਂ ਟੁੱਟ ਗਿਆ। ਉਹਨੇ ਆਖਿਆ ਵੀ ਦਿਮਾਗ ਤੇ ਖਰਾਬ ਹੋ ਹਾਂ ਇਹ ਵਿਚਾਰੀ ਨੂੰ ਉਹੀ ਟੈਨਸ਼ਨ ਜਨਾਬ ਗਿਆ। ਹੈ ਤੁਸੀਂ ਫੀਸ ਜਿਹੜੀ ਹੈ ਆਪਣੀ ਰਹਿਣ ਦਿਓ ਤੇ ਦਵਾਈ ਲੈ ਕੇ ਨਾ ਸਟੋਰ ਤੋਂ ਹਾਂ। ਉਹ ਠੀਕ ਹੋ ਜਾਓ। ਜੀ ਹਾਂ। 10-15 ਦਿਨ ਦੀ ਦਵਾਈ ਦਿੱਤੀ, ਵਾਲਾ ਕੀਤਾ ਫਿਰ ਤੋਂ। ਆ ਬਿਹਤਰ ਹੋ ਗਿਆ ਹਾਂ। ਔਰ ਡਿਪਰੈਸ਼ਨ ਹੋ ਗਿਆ ਨਾ ਫਿਰ ਸੋਚ ਸੋਚ ਕੇ ਉਸ ਉਹਨੇ ਬੀਵੀ ਨੇ ਕੀ ਕੰਮ ਕੀਤਾ ਹੈ? ਹਾਂ ਉਹ ਜਿਹੜੀ ਦੂਜੀ ਕੀਤੀ ਜਿਹੜੀ ਦੂਜੀ ਕੀਤੀ ਹਾਂ ਉਹਨੂੰ ਉਹਦੇ ਤੋਂ ਖੁਦਾ ਦੀ ਰਹਿਮਤ ਹੋਈ, ਹਮਲਾ ਹੋ ਗਈ। ਮੈਂ ਉਹਨਾਂ ਨਾਲ ਵੀ ਰਮਜ਼ਾਨ ਸ਼ਰੀਫ ਆ ਗਿਆ, ਤੂੰ ਆਪਣੇ ਘਰ ਟੁਰ ਜਾ, ਮੇਰੇ ਕੋਲ ਇਹ ਬੀਵੀ ਮੇਰੀ ਹੈ ਹਾਂ ਤੇ ਰਮਜ਼ਾਨ ਦੇ ਬਾਅਦ ਤੈਨੂੰ ਲੈਵਾਂਗਾ। ਜੀ ਹਾਂ ਮੈਂ ਰੋਜ਼ੇ ਰੱਖਣੇ ਨੇ, ਹਾਂ ਬੁੱਢਾ ਬੰਦਾ ਆ। ਜੀ ਚਲੀ ਗਈ ਉਹ, ਹਾਂ ਮੈਂ ਉਹਨੂੰ ਰੁਪਈਆ 2.5 ਦਿੱਤਾ। ਅੱਛਾ ਚਾਚਾ ਜੀ ਉਦੋਂ ਕਿੰਨੀ ਉਮਰ ਸੀ ਤੁਹਾਡੀ ਜਦੋਂ ਸ਼ਾਦੀ ਕੀਤੀ ਸੀ ਕੋਈ ਅੰਦਾਜ਼ਾ
ਸਾਰੀ 11 ਚ ਕੀਤੀ 11 ਚ ਤੁਸੀਂ ਕਿੰਨੇ ਕੁ ਸਾਲ ਯਾਨੀ ਸਾਰੀ 11 ਚ ਅੱਜ ਕਰ ਗਏ ਤੇ 11 ਚ ਸ਼ਾਦੀ ਕੀਤੀ। ਇਹ 60 ਕੁ ਸਾਲ ਹੋਵੇ ਦੀ ਨਹੀਂ ਜ਼ਿਆਦਾ ਯਾਨੀ 70 ਨਹੀਂ ਪਤਾ ਨਹੀਂ ਹੋਈ ਹਾਂ। ਥੋੜੀ ਹੋਣੀ ਆ 65 ਕੱਢ ਦਿਓ ਪਿੱਛੇ 11 ਨੂੰ ਕਿੰਨੇ ਹੋ ਗਏ ਨੇ 11 ਨੂੰ ਤੇ ਹੁਣ 13 ਸਾਲ ਹੋ ਗਏ ਨੇ 13 ਸਾਲ ਹੋ ਗਏ ਨੇ। ਹਾਂ 13 60 ਸੀ ਉਹ ਸੜ ਕੇ 73 ਹੁਣ ਹੋ ਗਈ ਹੈ ਸ਼ਨਾਖਤੀ ਕਾਰਡ। ਆ ਤੇ ਤਕਰੀਬਨ 60 62 ਸਾਲ ਉਸ ਵਕਤ ਸੀ ਜਦੋਂ ਅੱਲਾਹ ताला ने रहमत कीती है जनाब मेरी है ਬਿਲਕੁਲ यानी अल्लाह चाहे तो देखो जनाब मेरी सब कुछ कर सकता जी हाँ ਮੈਂ ਉਹਨੂੰ ਜਾ ਕੇ ਨਾ ਉਹਦੇ ਪੇਕੇ ਜਾ ਕੇ ਚੁੱਲੀ ਜਿਹਦੇ ਨਾਲ ਇਸ ਪਰਦੇ ਨਾਲ ਰੁਪਿਆ 2500 ਦਿਆ ਉਹਨੂੰ ਹੁਣ ਹਾਂ ਪਹਿਲਾਂ ਕਿਸੇ ਚੀਜ਼ ਦਿਲ ਕਰ ਜੀ ਜੀ ਹਾਂ ਜ਼ਾਹਿਰ ਆ ਗਰੀਬ ਬੰਦੇ ਹੀ ਸਨ। ਹਾਂ ਉਹਨੇ ਉਹ 2500 ਡਾਕਟਰ ਨੂੰ ਦੇ ਕੇ ਤਾਂ ਫਾਰਗ ਹੋ ਗਈ। अल्लाह अकबर देखो देखो ਮੈਨੂੰ ਦਸ਼ੜ ਪਤਾ ਲੱਗ ਗਿਆ। ਹਾਂ ਜ਼ੁਲਮ ਮੈਂ ਕਹਿੰਦਾ ਕੋਈ ਇੱਕ ਜਗ੍ਹਾ ਤੇ ਹੋਵੇ ਤੇ ਫਿਰ ਤੇ ਉਹਦੇ ਤੇ ਬਹਿਸ ਕਰੀਏ ਨਾ। ਫਿਰ ਮੈਂ ਨਾ ਹਾਂ ਆਖਿਆ ਨੂੰ ਕੀ ਲਿਆਉਣਾ ਹਾਂ ਇਹ ਤੇ ਲਿਆਉਣ ਵਾਲੀ ਹੈ ਹੀ ਨਹੀਂ। ਉਹ ਆਪ ਹੀ ਆ ਗਈ। ਅੱਛਾ ਫਿਰ ਆ ਗਏ ਆ ਗਈ ਹਾਂ ਆ ਕੇ ਤੇ ਆਂਦੀ ਨੇ ਮੈਂ ਇੱਕ ਬੱਚਾ ਵੀ ਆਸੀ ਉਹਦਾ ਪਿੱਛੇ ਅੱਛਾ ਮੈਂ ਉਧਰ ਗਈ ਰਾਤ ਹੀ ਰਹੀ। ਅੱਛਾ ਮੈਂ ਉਹਦੇ ਨੇੜੇ ਨਹੀਂ ਗਿਆ ਹਾਂ ਰਾਤ ਜੀ ਹਾਂ ਰਾਤ ਹੀ ਰਹੀ ਤੇ ਰਹਿ ਕੇ ਤੇ ਉੱਠ ਕੇ ਤੇ ਨਸੇ ਬਾਹਰ ਮੈਂ ਉਹਨੂੰ ਆਖਿਆ ਹਾਂ ਕੀ ਆ ਯਾਰ ਕਿਉਂ ਬਾਹਰ ਲੋਕਾਂ ਨੂੰ ਤਮਾਸ਼ਾ ਦੱਸਣੀ ਜੀ ਹਾਂ ਮੇਰੇ ਨਾਲ ਤਗੜੀ ਸੀ ਤਾਕਤ ਜੀ ਹਾਂ ਜ਼ਾਹਿਰ ਆ 27 28 ਸਾਲ ਉਮਰ ਹਾਂ ਆ ਤੁਹਾਡੇ ਨਾਲ ਤੇ ਅੱਧੋ ਅੱਧ ਤੋਂ ਵੀ ਜ਼ਿਆਦਾ ਫਰਕ ਸੀਗਾ। ਕੱਦ ਪੁੱਤਰ ਜਵਾਨੀ ਹਾਂ। ਸੋਹਣੀ ਕੁੜੀ ਸੋਹਣੀ ਜੀ ਹਾਂ ਹਾਂ ਯਾਰ ਵੇੜੇ ਮੈਂ ਕੁੜੀ ਨੂੰ ਆਖਿਆ ਉਹ ਵੇੜੇ ਲੈ ਹਾਂ ਇਹ ਕੀ ਗੱਲ ਹੂੰ ਤੁਸੀਂ ਮੈਨੂੰ ਨਾ ਮੇਰੀ ਕੁੱਤੀ ਹੁੰਦੀ ਮਾਲਵਾਲ ਉੱਥੇ ਭੇਜ ਦਿਓ ਮੈਂ ਹਾਂ। ਉਹਦੇ ਕੋਲ ਅੱਛਾ ਠੀਕ ਹੈ ਮੈਂ ਜਵਾਈ ਨੂੰ ਬੁਲਾਇਆ ਹਾਂ ਮੈਂ ਕਿਹਾ ਹਾਂ ਲੈ ਜਾ ਬਈ ਇਹਨੂੰ ਇਹਨੂੰ ਤੇਰੀ ਕੁੱਤੀ ਦਾ ਹਵਾਲੇ ਕਰਕੇ ਨਹੀਂ ਬਾਹਰ ਨਹੀਂ ਲਾਣਾ ਦਰਵਾਜ਼ੇ ਤੋਂ। ਹਾਂ ਨਹੀਂ ਉਹਨਾਂ ਦੇ ਹਵਾਲੇ ਕਰਕੇ ਹਵਾਲੇ ਕਰਕੇ ਆਵਾਂ। ਹਾਂ ਤਾਂ ਕਿ ਵੀ ਇਹ ਆਪਣੀ ਜਨਾਬ ਮੇਰੀ ਸੰਭਾਲੋ ਸਕੀਮ ਤੇ ਉਹ ਆਈ ਨਾ ਹਾਂ ਉਹ ਸਕੀਮ ਅਸਾਂ ਪਾਸ ਨਾ ਹੁੰਦੀ ਜੀ ਹਾਂ ਆਈਓ ਕਿਸੇ ਹੋਰ ਸੱਟ ਤੇ ਉਹ ਸੀ ਇਸ ਸਕੀਮ ਦੇ ਵਿੱਚ ਤੂੰ ਜਾ ਹਾਂ ਮੋਬਾਈਲ ਤੇਰੇ ਕੋਲ ਹੈ ਹਾਂ ਤੇ ਤੂੰ ਹੂੰ, ਮੌਸਮ ਸੀ ਉਹ ਬਾਜਰਿਆਂ ਦਾ ਹਾਂ ਤੂੰ ਰਾਤੀ ਹਾਂ ਬਹਾਨਾ ਕਰਕੇ ਨਾ ਵੀ ਮੈਨੂੰ ਤਕਲੀਫ ਹੈ ਡਾਕਟਰ ਦਾ ਤੇ ਪਿੰਡ ਵਿੱਚ ਇੱਕ ਡਿਸਪੈਂਸਰ ਹੈ ਹਾਂ ਉਹਦੇ ਜਾਈ ਤੇ ਹਾਂ ਤੂੰ ਗਾਇਬ ਹੋ ਜਾਏ ਸਾਨੂੰ ਫੋਨ ਕਰੀ ਅਸੀਂ ਲੈ ਆਵਾਂਗੇ ਤੁਹਾਨੂੰ ਤੇ ਅਸੀਂ ਫਿਰ ਉਹਨੂੰ ਆਖਾਂਗੇ ਆ ਪਰਚਾ ਦਿਓ ਉਹਦੇ ਤੋਂ। ਹਾਂ ਪਰਚਾ ਦਿਓ ਆ ਜਾ ਮਤਲਬ ਕਿ ਉਹ ਮਾਰ ਛੜੀ ਮੈਂ ਚਾਚਾ ਜੀ ਜਿੱਥੇ ਰਿਜ਼ਲਟ ਤੱਕ ਪਹੁੰਚਿਆ ਨਾ ਉਹ ਹੈ ਇੱਕ ਵੀ ਉਹ ਪੈਸੇ ਨਹੀਂ ਜੇ ਖਲੋਣ ਦਿੰਦੇ ਉਹਨਾਂ ਫਿਰ ਪੈਸੇ ਲਾ ਪੈਸੇ ਲਾਉਂਦੇ ਵੀ ਬਾਬੇ ਕੋਲ ਪੈਸੇ ਕਿਸੇ ਤਰ੍ਹਾਂ ਕਢਾਈਏ ਸਾਰੇ ਫਰਾਡੀਏ ਮੈਂ ਟੋਟਲ ਤੇ ਕੀ ਹਾਲ ਫਿਰ ਉਹਦਾ ਕੀਤਾ ਹਾਂ। ਇਸ਼ੂ ਆ ਗਈ ਨਾ ਜੀ ਪਿਆਰ ਨਾਲ ਜਿਹੜਾ ਉਹਦੇ ਘਰ ਦੇ ਵਸੇ ਨਾ ਹਾਂ ਉਹ ਵੀ ਲਿਆ ਦੋ ਦਿਨ ਜਦ ਤੋੜੇ ਹਾਂ ਆ ਮੈਂ ਕਿਹਾ ਲਾ ਛੱਡ ਮੈਂ ਤੇਰਾ ਮੈਂ ਤੈਨੂੰ ਗਾ ਜੀ ਹਾਂ ਬਿਲਕੁਲ ਅੱਛਾ ਉਹ ਲਾ ਲਿਆ ਹਾਂ ਫਿਰ ਨਾ ਮੈਂ ਕਿਹਾ ਤੂੰ ਫੋਨ ਵੀ ਲਈਏ ਕਿਸੇ ਤਰੀਕੇ ਨਾਲ ਹਾਂ ਜੀ ਹਾਂ ਮੈਂ ਕਹਿੰਦਾ ਫੋਨ ਹੀ ਕਰਨਾ ਹੈ ਹਾਂ ਪੂਰਾ ਲਿਆ ਕਰੀਆ ਫੋਨ ਵੀ ਲੈ ਲਿਆ ਹਾਂ ਚੱਲ ਭਾਈ ਹੁਣ ਬਾਹਰ ਨਹੀਂ ਜਾ ਸਕਦਾ ਹਾਂ ਹੁਣ ਤੂੰ ਇੱਥੇ ਰਹਿਣਾ ਹਾਂ ਨਹੀਂ ਜਾਏ ਮੈਂ ਕਿਹਾ ਹੁਣ ਬਾਹਰ ਜੀ। ਅਗਰ ਤਲਾ ਨਹੀਂ ਹੋਣੀ ਉਹ ਤਲਾਹ ਹੀ ਨਹੀਂ ਹੋਣੀ ਆ ਵੀ ਆ ਲੱਗੀ ਫਿਰੇ ਹਾਂ ਤੇ ਹੁਣ ਜਾਣਾ ਵੀ ਨਹੀਂ ਸੋ ਆਂਦੀ ਕਿ ਮੈਨੂੰ ਦਰਦ ਹੈ ਹਾਂ ਦੋ ਤਾਂ ਮੇਰਾ ਨਾਲ ਐਡਾ ਕਿ ਜਿਹੜਾ ਹੁਣ ਜਵਾਨ ਹੋਇਆ ਹਾਂ ਜਾਂ ਉਹਨੂੰ ਡਿਸਪੈਂਸਰ ਕੋਲ ਲੈ ਜਾ ਅੱਛਾ ਮੇਰਾ ਨੂੰ ਦੱਸੀ ਜਿਹੜੀ ਕੋਈ ਦਵਾਈ ਲੈਣ ਹਾਂ ਉਹਦੇ ਕੋਲ ਗਈ ਨਾ ਹਾਂ ਉਹਨੇ ਕਿੱਥੇ ਜਾਣਾ ਘਰ ਟੁਰ ਗਈ ਹਾਂ ਮੇਰੇ ਚਾਚੇ ਦੇ ਘਰ ਟੁਰ ਗਈ ਅੱਛਾ ਤੇ ਬਾਅਦ ਚਾਚੇ ਨੇ ਫੋਨ ਕੀਤਾ ਵੀ ਆਪ ਤੈਨੂੰ ਲੈ ਜਾ ਮੈਂ ਜਾ ਕੇ ਲੈ ਆਇਆ ਹਾਂ ਥੋੜੀ ਕੰਨਾਂ ਦੀ ਡੋਰੀ ਸੀ ਹੁੰਦਾ ਕਿ ਗੱਲਾਂ ਵੀ ਨਾ ਕਰ ਉਹਦੇ ਨਾਲ ਵੀ ਮੁਲਕ ਸੁਣੇ ਦਾ ਆ ਸਾਰਾ ਪਿੰਡ ਸੁਣੇ ਦਾ ਵੀ ਇਹ ਗੱਲਬਾਤ ਹੁੰਦੀ ਹੈ ਵੀ ਸਰ ਲੈ ਲਿਆ ਕੇ ਸਾਂ ਦੇ ਫੇਰੇ ਉਹਨੇ ਆਖਿਆ ਮੈਂ ਘਰ ਜਾਣਾ ਠੀਕ ਹੈ ਮੈਂ ਦਵਾਈ ਨੂੰ ਆਖਿਆ ਛੱਡਿਆ ਹਾਂ ਦਵਾਈ ਪਤਾ ਨਹੀਂ ਬ੍ਰੇਕ ਲਾਈ ਮੋਟਰਸਾਈਕਲ ਤੇ ਬਹਿ ਗਈਆਂ ਨੇ ਪਰੇ ਲੱਤਾਂ ਕਰਕੇ ਹਾਂ ਜਾਂ ਖੁਦ ਡਿੱਗ ਪਈ ਡਿੱਗ ਪਈਆ ਉਹ ਦੇਖ ਸਿਆ ਸੁਣਾ ਲੱਗੀ ਅੱਛਾ ਠੀਕ ਹੈ ਛੱਡ ਆਇਆ ਉਹਦੀ ਕੁੱਤੀ ਦਾ ਘਰ ਹਾਂ ਮਾਰ ਠੀਕ ਹੈ ਜਿਹੜਾ ਸੀ ਨਾ ਉਹਦਾ ਮਾਮਾ ਉਸ ਕੁੜੀ ਦਾ ਹਾਂ ਉਹ ਉਸ ਦਾ ਟੌਟ ਸੀ ਹਾਂ ਬੜਾ ਜੀ ਹਾਂ ਉਸ ਵਾਲੇ ਨੇ ਰੋਟੀਆਂ ਪਕਾਉਂਦਾ ਸੀ ਠੀਕ ਹੈ ਉਹਨੇ ਸਵੇਰੇ ਸਾਡੀ ਦਰਖਾਸਤ ਜਾ ਦਿੱਤੀ ਜੀ ਜਣੇ ਨੇ ਮਾਰਿਆ ਹਾਂ ਯਾਨੀ ਉਹ ਪਰਚਾ ਫੇਰ ਇੱਕ ਨਵਾਂ ਜਨਾਬ ਮੇਰੀ ਹੋ ਗਿਆ ਹਾਂ ਸਾਡੇ ਸਹੁਰੇ ਜਵਾਈ ਤਾਂ ਸਾਡੇ ਤੇ ਨਹੀਂ ਹਾਂ ਤੇ ਮੇਰੀ ਬੀਵੀ ਤੇ ਅਤਰਾ ਉਹਦੇ ਪਰਚਾ ਉਹਨੇ ਦੇ ਛੜਿਆ ਦਰਖਾਸਤ ਦੇ ਜਿਹੜੀ ਪਰਚਾ ਉਹਦਾ ਪਰਚਾ ਜਿਹੜਾ ਉਹ ਤੁਹਾਡੇ ਤਿੰਨਾਂ ਦੇ ਫਿਰ ਉਹਨੇ ਕਰਾ ਛੜਿਆ ਮਤਲਬ ਹੋ ਗਿਆ ਨਾ ਜਮਾਈ ਤੇ ਤੁਹਾਡੀ ਬੀਵੀ ਪਹਿਲੀ ਤੇ ਤੁਹਾਡੇ ਤੇ ਤੁਹਾਡੇ ਹਾਂ ਤੇ ਉਹਨੇ ਮੇਰੀ ਬੱਚੀ ਤੇ ਅੱਛਾ ਬੇਜੀ ਤੇ ਵੀ ਕਰਾ ਛੜਿਆ ਹਾਂ ਉਹ ਇਹਨਾਂ ਚਵਾਂ ਨੇ ਮਾਰਿਆ ਹਾਂ ਮੈਂ ਉਹਨੂੰ ਆਣਾ ਜਵਾਈ ਨੂੰ ਆ ਕੇ ਦੱਸਿਓ ਸੀ ਮੈਨੂੰ ਤੇ ਨਾ ਗਿਆ ਨਾ ਬਈ ਉਹ ਕੋਲੇ ਦੇ ਪੁੱਤਰਾ ਪੁਲਿਸ ਲੈਣ ਆ ਜਾਣਾ ਜੀ ਹਾਂ ਉਹ ਲੋਕ ਤਾਂ ਅੱਗੇ ਬਹਾਨੇ ਢੂੰਡਦੇ ਨੇ ਵੀ ਹਾਂ ਹਾਂ ਹੂੰ ਉਹ ਹੀ ਗੱਲ ਹੋਈ ਪੁਲਿਸ ਲੈਣ ਆ ਗਈ ਹਾਂ ਚਲ ਭਾਈ ਬਾਬਾ ਜੀ ਉੱਥੇ ਚਲੋ ਹੂੰ ਸਾਰੇ ਬਲੈਕਮੇਲ ਕਰਦੇ ਨੇ ਪਏ ਮੈਂ ਤਹਿਮਤ ਬੰਦਿਆਂ ਲੱਗ ਮਾੜੇ ਜਿਹੇ ਕੱਪੜੇ ਪਾਏ ਮੈਂ ਟੁਰ ਗਿਆ ਹਾਂ ਸਿਵਲ ਕੱਪੜਿਆਂ ਚ ਆਇਆ ਦਫ਼ਤਰ 'ਚ ਇੱਕ ਬੰਦਾ ਹਾਂ ਉਹ ਆ ਕੇ ਮੈਨੂੰ ਆਂਦਾ ਹੈ ਆਪਣੇ ਮੁਨਸ਼ੀ ਨੂੰ ਆਂਦਾ ਹੈ ਹਾਂ
ਮੇਰੇ ਨਾਲ ਨਹੀਂ ਗੱਲ ਕੀਤੀ। ਹਾਂ ਇਹਨੇ ਕਿਹਾ ਇਹ ਬਾਬਾ ਮੀਰਾਂ ਜੀ ਕੋ ਆਂਦਾ ਜੇ। ਉਹਨੇ ਆਖਿਆ ਐ ਨਹੀਂ ਮਾਰ ਸਕਦਾ ਬੀਬੀ ਨੂੰ। ਇਹ ਮਰਨ ਜੋ ਹੈ ਹੀ ਨਹੀਂ ਵਿਚਾਰਾ। ਉਹਨੇ ਆਖਿਆ ਇਹ ਜਿਹੜੇ ਪਰਚਾ ਕਰੇ ਉਹ ਅੱਜ ਹੀ ਮੀਆਂ ਅੱਜ ਮੀਆਂ ਹਨ ਲੂਣ ਗੁੰਨੇ। ਹਾਂ ਲੂਣ ਹੀ ਗੁੰਨਣ ਵਾਲੀ ਗੱਲ ਇਹ ਨਹੀਂ ਮਾਰ ਸਕਦਾ ਜਾ। ਫਿਰ ਉਹ ਬਤਾ ਕੇ ਤੁਰ ਗਿਆ। ਮੈਨੂੰ ਪਤਾ ਆ ਪੁਲਿਸ ਵਾਲਾ ਨਹੀਂ ਪਤਾ ਕੀ ਜਾ। ਮੈਂ ਨਾ ਜੀ ਨੂੰ ਉਹ ਮੈਂ ਹੀ ਮੀਰਾਂ ਜੀ ਕੋ ਆਇਆ ਜਾ। ਜੋ ਕਰਨਾ ਜੀ ਕਰੋ ਜਿਹੜੀ 25 24 26 ਲਵਾਣੀ ਜੀ ਮੇਰੇ ਤੇ ਹਾਂ ਲਵਾਓ ਜਨਾਬ ਮੇਰੀ ਆ। ਮੈਂ 302 ਦਾ ਪਰਚਾ ਦੇਣ ਵਾਲਾ ਤੁਹਾਡੇ ਤੇ। ਹਾਂ ਇੰਨੀ ਗੱਲ ਆ ਕਿ ਹੁਣ ਪਸੀਨਾ ਛੁੱਟ ਗਿਆ ਗਰਮੀ ਲੱਸ ਗਿਆ ਬਾਹਰ। ਵਾਹ ਵੀ ਇਹ ਤੇ ਪੁੱਠਾ ਪੈ ਜਾਣਾ। ਹਾਂ ਜਾ। ਮੋਰ ਨਹੀਂ ਬੋਲਿਆ। ਹਾਂ ਉਹ ਜੇ ਬਾਹਰ ਟੁਰ ਗਿਆ ਤੇ ਮੈਨੂੰ ਫਿਰ ਬਾਹਰ ਬੁਲਾਣ। ਅੱਛਾ ਮੈਨੂੰ ਆਂਦੇ ਨੇ ਬਾਹਰ ਆ। ਅੱਛਾ ਮੈਨੂੰ ਹੁਣ ਯਾਰ ਇਹ ਗੱਲ ਮੈਂ ਕੋਲ ਆ ਜਾਂ ਫਿਰ ਮੈਨੂੰ ਇੱਕ ਜਿਹਨੇ ਰਿਸ਼ਤਾ ਕਰਾਇਆ ਸੀ ਉਹਨੇ ਬਾਹਰ ਬੁਲਾਇਆ। ਮੈਨੂੰ ਜਾ ਕੇ ਆਂਦਾ ਬਈ ਗਾਲ 'ਚ ਕੱਪੜਾ ਪਾ ਕੇ ਆਂਦਾ ਮੈਨੂੰ ਮਾਫੀ ਦੇ। ਹਾਂ ਵਾਸਤੇ ਜੀ। ਅੱਛਾ ਜ਼ਾਲਮਾਂ ਦਾ ਹੁੰਦਾ ਬੜਾ ਅਖੀਰ ਭੈੜਾ ਹੈ। ਮੈਂ ਕਿਹਾ ਵੀ ਗੱਲ ਸੁਣ ਮੇਰੀ ਤੈਨੂੰ ਮਾਫੀ ਹੈ ਲੇਕਿਨ ਮੈਨੂੰ ਦਰਖਾਸਤ ਲਿਆ ਕੇ ਚੁੱਕ। ਜੀ ਹਾਂ ਦਰਖਾਸਤ ਲਿਆ ਚੁੱਕ ਕੇ ਜਿਹੜੀ ਦਿੱਤੀ। ਮੈਂ ਦਰਖਾਸਤ ਲੈਣ ਗਿਆ ਤਾਂ ਉਹਨਾਂ ਆਖਿਆ ਉਹ ਬੰਦਾ ਜਿਹੜਾ ਕਾਨੂੰਨੀ ਹੈ ਹਾਂ ਨੌਕਰੀ ਕਰਨੀ। ਹਾਂ ਉਹਨੇ ਸਾਨੂੰ ਨੌਕਰੀ ਨੂੰ ਤੇਲ ਲਵਾੜਨਾ। ਉਹਨੇ ਉੱਤੇ ਜਾ ਦਰਖਾਸਤ ਦੇਣੀ ਨਹੀਂ ਦੇਣੀ। ਹਾਂ ਬੱਚੀ ਲਿਆਓ ਤੇ ਇੱਥੇ ਦਸਖਤ ਕਰੇ। ਹਾਂ ਦਸਖਤ ਕਦੇ ਆ ਜਿਹੜਾ ਨੱਕਾ ਇਹਦੇ ਤੇ ਦਰਖਾਸਤ ਦਿੱਤੀ। ਉਹਨਾਂ ਬੱਚੀ ਲਿਆਣੀ ਦਸਖਤ ਹੋਏ ਘਰ ਟੁਰ ਗਿਆ। ਫਿਰ ਚਾਚਾ ਬਾਬਾ ਵੀ ਆਏ ਉਹਨੂੰ ਲੈ ਆ। ਹਾਂ ਮੇਰੇ ਘਰ ਆਏ। ਜੀ ਹਾਂ ਮੈਂ ਕਿਹਾ ਮੈਂ ਚੱਲ ਲਿਆ ਮੈਂ। ਠੀਕ ਹੈ। ਹਾਂ ਜਨਾਨੀ ਨੇ ਮੈਨੂੰ ਆਖੇ ਲੈ ਆ ਤੈਨੂੰ ਅੱਗੋਂ ਕੋਈ ਨਹੀਂ ਲੱਭਣੀ। ਜੀ ਉਹਨੂੰ ਕੋਈ ਨਾ ਲੱਭਿਆ ਨਾ ਲੱਭਿਆ ਵਕਤਾਂ ਨਾ ਕਰਾਈ। ਅੱਛਾ ਮੈਂ ਕਿਹਾ ਹੁਣ ਇੱਕ ਕੰਮ ਰਹਿ ਗਿਆ। ਹਾਂ ਇਹਨੇ ਮੈਨੂੰ ਗੋਲੀਆਂ ਦੇਣੀਆਂ ਨੇ ਬਸ ਇਹਨੇ ਹੁਣ ਮੈਨੂੰ ਜੀ 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 ਆਇਆ ਹੀ ਰਹਿ ਗਿਆ ਜਾ ਕਰਦੇ ਹੁਣ ਤੇ ਜਨਾਨੀ ਤੋਂ ਬਗੈਰ ਬੰਦਾ ਰੋਟੀ ਖਾਏ ਕਿੱਥੋਂ। ਹੁਣ ਘਰੋਂ ਤੇ ਖਾਣੀ ਹੈ। ਹੁਣ ਮੈਂ ਉਹਨੂੰ ਤਲਾਕ ਦੇ। ਹਾਂ ਉਹਨੂੰ ਫਰਕ ਕੀਤਾ ਚੱਲ ਬਈ ਤੂੰ ਤੇ ਹਾਂ ਕੋਸ਼ਿਸ਼ ਹੋਰ ਵੀ ਬੜੀ ਕੀਤੀ ਲੇਕਿਨ ਮੈਨੂੰ ਔਰਤ ਨਾ ਲੱਭੀ। ਆ ਉਸ ਵੱਲ ਦੀ ਉਸ ਢੰਗ ਦੀ ਉਂਝ ਦੀ ਨਾ ਲੱਭੀ। ਨਾ ਲੱਭੀ ਮੈਂ ਨਾ ਕਿਸੇ ਤਰ੍ਹਾਂ ਕੋਲ ਲੱਭ ਜੇ ਚਲੋ ਜੇ ਤਾਂ ਅੱਲਾ ਕੋਲੇ ਤੇ ਬੱਚੇ ਵੀ ਅੱਲਾ ਨੇ ਦੇਣੇ ਨੇ। ਅੱਲਾ ਨੇ ਹੋਰ ਨਹੀਂ ਕਿਸੇ ਤਾਕਤ ਹੈ। ਜੀ ਜੀ ਅੱਲਾ ਕੋਲੇ ਖੈਰ ਆ ਗਏ। ਮੇਰੀ ਬੱਚੀ ਦਾ ਵੀ ਨਜ਼ਰੀਆ ਤੇ ਜਵਾਈ ਦਾ ਵੀ ਨਜ਼ਰੀਆ ਇਸੇ ਕਿਸੇ ਤਰੀਕੇ ਜਾਇਦਾਦ ਲੱਭ ਜੇ ਸਾ। ਬਸ ਬਸ ਦੇਖੋ ਨਾ ਹੁਣ ਬੇਟੀ ਤੂੰ ਅੱਗੇ ਕਿਹੜਾ ਰਿਸ਼ਤਾ ਹੈ। ਫਿਰ ਮੈਨੂੰ ਪਤਾ ਜੀ ਮੇਰੀ ਬੀਵੀ ਮਰ ਫੌਤ ਹੋ ਗਈ ਤਾਂ ਉਹਨੇ ਮੈਨੂੰ ਆਖਿਆ ਮੇਰੀ ਗੱਲ ਸੁਣ ਲੈ ਜੀ। 3 ਮਹੀਨੇ ਪਹਿਲੇ ਉਹਨੇ ਮੈਨੂੰ ਆਖਿਆ ਵੀ ਇਹ ਚਾਬੀਆਂ ਨੇ ਜਿਹਦੇ ਵਿੱਚ ਜੋ ਕੁਝ ਹੈ। ਹਾਂ ਜੋ ਕੋਈ ਵੀ ਹੈ ਜਾਂ ਪੈਸੇ ਜਿਹੜੀ ਘਰ ਅੰਦਰ ਹੈ ਇਹ ਲੈ ਚਾਬੀ। ਇਹ ਹੀ ਨਹੀਂ ਆ ਮੇਰੇ ਕੋਲ ਉਹਨੇ ਮੈਨੂੰ ਦੇ ਦਿੱਤੀ। ਜੀ ਮੈਂ ਕਿਹਾ ਹੁਣ ਭਾਈ ਹਾਂ ਹੁਣ ਚਾਬੀਆਂ ਜੇਬੀ ਤੇ ਪਾਣੀਆਂ ਨਹੀਂ। ਨਾ ਨਾ ਹਾਂ ਮੈਂ ਉੱਥੇ ਹੀ ਬਕਸੇ ਨਾਲ ਜਗ੍ਹਾ ਤੇ ਉੱਥੇ ਰੱਖ ਛੜੀਆਂ। ਬੇਟੀ ਨੂੰ ਰੱਖ ਛੜਿਆ। ਹਾਂ ਵੀ ਇਹ ਪਈਆਂ ਨੇ। ਹਾਂ ਉਹ ਲਾਣਾ ਰੱਖਿਆ। ਜੀ ਹਾਂ ਉਹ ਫੌਤ ਹੋ ਗਈ। ਹਾਂ ਵਿਦਿਆ ਹੋ ਗਈ। ਜਾਂਦਿਆਂ ਮੈਨੂੰ ਆਂਦੀ ਵੀ ਇੱਕ ਤੇ ਕਿਸੇ ਨਾਲ ਸਖਤ ਬੰਦਾ ਤੂੰ। ਹਾਂ ਪਿੰਡ ਵੀ ਪੁੱਛੋਗਾ ਆਖਣਗੇ ਬਹੁਤ ਡਾਢਾ। ਹਾਂ ਤੇ ਲੜ ਝਗੜਾ ਨਾ ਕਰੀ ਕੋਈ ਗਾਲਾਂ ਕੱਢੇ ਤੇ ਬੋਲੀ ਨਾ। ਹਾਂ ਚੁੱਪ ਹੋ। ਠੀਕ ਹੈ ਤੇ ਜਿਹੜੀ ਤੇਰੇ ਕੋਲ ਜਾਇਦਾਦ ਹੈ ਬੱਚੀ ਨੂੰ ਦੇ। ਠੀਕ ਹੈ ਆ ਇਸ ਬੱਚੀ ਦਾ ਹਵਾਲੇ ਨੂੰ ਦੇ ਛੜੀ। ਹਾਂ ਹਾਂ ਤੇਰੀ ਖਿਦਮਤ ਕਰੇ ਦੀ ਖਿਦਮਤ ਕਰੇ ਨਾ ਬਈ ਉਹ ਨਜ਼ਰੀਆ ਉਹਨਾਂ ਦਵਾਂ ਬੰਦਿਆਂ ਦੇ ਸੀ। ਬੱਚੀ ਇਸ ਤਰ੍ਹਾਂ ਮੇਰੇ ਘਰ ਹੈ ਮੈਂ ਫਿਰ ਆਪਣੀ ਜਿਹੜੀ ਜਾਇਦਾਦ ਹੈ ਨਾ ਜ਼ਮੀਨ ਹੀ ਜਾਇਦਾਦ ਹੈ ਜੀ ਉਹ ਸਾਰੀ ਉਹਦੇ ਨਾਂ ਕਰਾਈ। ਹਾਂ ਠੀਕ ਹੈ ਮੇਰਾ ਤੇ ਮੇਰੀ ਬੀਵੀ ਦਾ ਅਕਾਊਂਟ ਸਾਂਝਾ ਸੀ। ਜੀ ਮੈਂ ਕਿਹਾ ਉਹ ਤਾਂ ਫੌਤ ਹੋ ਗਈ ਤੇ ਮੈਂ ਮਰ ਗਿਆ ਤੇ ਇਹ ਵੀ ਖਿਲਰ ਜਾਣੇ ਨੇ ਪੈਸੇ। ਹਾਂ ਇਹ ਵੀ ਫਿਰ ਕਈਆਂ ਜਗ੍ਹਾ ਤੇ ਜਾਣੇ ਨੇ। ਮੈਂ ਉਹ ਬੱਚੀ ਦੇ ਨਾਂ ਅਕਾਊਂਟ ਹੀ ਸਾਂਝਾ ਕਰ ਲਿਆ। ਹਾਂ ਬੀਵੀ ਦਾ ਹੋ ਗਿਆ। ਹਾਂ ਹੁਣ ਪੈਸਿਆਂ ਦੀ ਵੀ ਮਾਲਕ ਹੋ ਗਈ ਬੱਚੀ। ਜੀ ਤੇ ਉਹ ਘਰ ਦੀ ਵੀ ਜਾਇਦਾਦ ਦੀ ਵੀ। ਹਾਂ ਸਰ ਕੰਮ ਭੈੜੇ ਹਾਲਦਾ ਵੀ ਕਰੋੜ ਰੁਪਏ ਦਾ ਮਕਾਨ ਹੈ ਦਿਹਾਤ ਦੇ ਸਾਹ। ਹਾਂ ਉਹ ਵੀ ਉਹਦਾ ਹੋ ਗਿਆ। ਕਨਾਲ ਸਵਾ ਜਗ੍ਹਾ ਬੜੀ ਲੱਖ ਤੇ ਮੈਂ ਲੈ ਕੇ ਲਾਈ। ਜੀ ਹਾਂ ਫਿਰ ਉਹ ਵੀ ਸਾਰੀ ਉਹਦੀ। ਹਾਂ ਹਾਂ ਤੇ 2 ਪੰਪ ਵੀ ਨੇ ਮਾੜੇ ਚੰਗੇ ਬਾਹਰ ਲੱਗੇ ਪਾਣੀ ਛਾਣੀ ਵਾਸਤੇ। ਠੀਕ ਹੈ ਤੇ ਮਤਲਬ ਸਾਰੀ ਦੀ ਜਾਇਦਾਦ ਦੀ ਮਾਲਕ ਤੇ ਹੋ ਗਈ ਉਹ ਹੀ ਆ। ਮੈਂ ਭਾਈ ਦੀ ਜ਼ਮੀਨ ਲਈ ਉਹ ਵੀ ਉਹਦੇ ਨਾਂ ਦਵਾਈ ਪਿੰਡੋਂ ਵੀ ਰਕਬਾ ਲਿਆਏ ਥੋੜਾ ਉਹ ਵੀ ਉਹਦੇ ਨਾਂ ਕਰਵਾਇਆ। ਹਾਂ ਜੀ ਸਾਰੀ ਮਾਲਕ ਹੋ ਗਈ ਉਹ। ਜੀ ਹੁਣ ਅਸਲ ਪੁਲਿਸ ਵਾਲੀ ਇੰਚਾਰਜ ਉਹ ਹਾਂ ਫਿਰ ਵੀ ਜਾ ਕੇ ਆਖਿਆ ਜਵਾਈ ਨੂੰ ਆਪਣੇ ਬੱਚੇ ਲੈ ਕੇ ਉਹਨੇ ਆਖਿਆ ਵੀ ਨਹੀਂ। ਹਾਂ ਦੇਖ ਲਓ ਜਨਾਬ ਮੇਰੀ ਜਮਾਈ ਦੇ ਦਿਲ ਚੋਂ ਬੁਗਜ਼ ਇਹ ਨਹੀਂ ਨਿਕਲਿਆ ਵੀ ਉਹਨੂੰ ਕੀ ਤਕਲੀਫ ਹੈ। ਫਿਰ ਮੈਂ ਉਹਨੂੰ ਬੁਲਾਣਾ ਹਾਂ ਤੇ ਦੇਖਣਾ ਛੱਡ ਦਿੱਤਾ। ਜੀ ਮੈਂ ਨਾ ਮੇਰੀ ਨਜ਼ਰੀ ਨਾ ਪਵੇ। ਜੀ ਬਿਲਕੁਲ ਉਹ ਇਹ ਗੋਲੀ ਦੇ ਲਾਇਕ ਲਾ। ਹਾਂ ਆ ਵੀ ਐਡਾ ਜ਼ਾਲਮ ਜਨਾਬ ਮੇਰੀ ਜਨ ਆਇਆ ਤੀਜਾ ਮੈਨੂੰ ਆਂਦਾ ਵੀ ਯਾਰ ਕੀ ਤੇਰੀ ਮਾਫੀ ਮੰਗੇ ਤੇ ਮੈਂ ਕਿਹਾ ਨਹੀਂ ਕਾਰਨ ਕੀ ਹੈ। ਮੈਂ ਕਿਹਾ ਉਹ ਮਰ ਜਾਏ ਨਾ ਤੇ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਕੋਈ ਨੁਕਸਾਨ ਨਹੀਂ ਮੇਰਾ। ਜੀ
ਆ ਜਿਹੜਾ ਬਚ ਰਵੇ ਤੇ ਮੈਨੂੰ ਫਾਇਦਾ ਕੋਈ ਨਹੀਂ। ਕੋਈ ਨਹੀਂ, ਅੱਜ ਨੇ ਇੰਨੇ 10 ਸਾਲ ਹੋ ਗਏ ਨੇ ਕੁੜੀ ਨੂੰ ਇੱਥੇ ਭਾਲਿਆ ਤੇ ਆਪੂ ਉੱਥੇ ਜਨਾਬ ਸਾਰਾ ਬੋਝ ਹੈ, ਸਾਰਾ ਬੋਝ ਆ। ਇਹ ਰਿਜ਼ਕ ਨਾ ਮੈਂ ਦੇਣਾ ਕਿਸੇ ਜੀ ਨੂੰ, ਹਾਂ ਨਾ ਮੇਰੀ ਜੇ ਤਾਕਤ ਹੈ ਜੀ ਹਾਂ, ਅੱਲਾ ਦਿੰਦਾ Allah ਨੇ ਰਿਜ਼ਕ ਦਿੱਤਾ ਹੈ ਤੇ ਉਹਨਾਂ ਵਾਸਤੇ ਦਿੱਤਾ। ਦਿੱਤਾ ਸੁਆ ਜੀ ਹਾਂ ਮੇਰੇ ਬੂਹੇ ਬੈਗ ਖਾਰੇ ਨੇ, ਉਹ ਐਸ਼ ਕਰਦੇ ਨੇ ਜੀ ਹਾਂ ਐਸ਼। ਜੀ ਹਾਂ ਕੋਈ ਚੀਜ਼ ਹੈ ਨਾ ਹਾਂ ਅਨੇ ਦਿਓ ਜੀ ਪੈਸੇ ਮੈਨੂੰ ਦਿਓ, ਮੈਂ ਕਦੇ ਨਹੀਂ ਨਕਾਰ ਕੀਤਾ ਇਸ ਵਾਸਤੇ, ਮੇਰੇ ਹੈ ਨਹੀਂ। ਹਾਂ ਬਿਲਕੁਲ, ਮੇਰੇ ਆਏ ਨਹੀਂ, ਇਹ ਇਹਨਾਂ ਦੇ ਹੀ ਨੇ, ਇਹਨਾਂ ਦੇ ਨੇ। ਹਾਂ ਬਿਲਕੁਲ। ਤੇ ਮੈਨੂੰ ਹੋਇਆ ਮਹੀਨਾ ਸਵੇ ਜਾਂ ਕੰਮ ਛੱਡਿਆ, ਥੋੜਾ ਬਿਮਾਰ ਹੋ ਗਿਆ। ਆ ਤੇ ਤਬੀਅਤ ਜਿਹੜੀ ਮੈਂ ਹੁਣ ਤੁਹਾਡੀ ਕੰਮ ਵੀ ਆ ਕਿਰੇ ਨਾ ਕਿਰੇ ਲੱਗੇ ਰਹਿੰਦੇ, ਕੰਮ ਵੀ ਕਰਨਾ ਜੀ ਹਾਂ ਘਰ ਦਾ, ਤੇ ਸਾਰਾ ਖਰਚ ਮਤਲਬ ਇਹ ਉਹ ਖੁਦਾ ਦੇ ਰਿਹਾ ਤੇ ਅਸੀਂ ਖਾ ਰਹੇ ਹਾਂ ਬਹਿ ਕੇ। ਉਹ ਪੈਸੇ ਸੀ ਮੇਰੇ ਕੋਲ ਕਰੋੜ ਰੁਪਏ, ਹਾਂ ਉਹ ਜਿਹੜਾ ਯੂਰੋ ਲੱਭੇ ਸੀ, ਯੂਰੋ ਲੱਗੇ ਸੀ। ਹਾਂ ਫਿਰ ਇੱਕ ਬੰਦਾ ਧਾਰਾ ਲੈ ਗਿਆ, ਉਹਨੇ ਮੈਨੂੰ 9 ਸਾਲ ਕੱਢੇ। ਹਾਂ 3 ਮਹੀਨੇ ਦਾ ਵਾਅਦਾ ਕਰ, ਆ ਤੇ 9 ਸਾਲਾਂ ਬਾਅਦ 9 ਸਾਲਾਂ ਬਾਅਦ ਉਹਨੂੰ ਮੈਂ ਆਖਿਆ ਆ ਤੂੰ ਖੁਦਾ ਦਾ ਖੌਫ ਕਰ। ਨਹੀਂ, ਹਾਂ ਮੈਨੂੰ ਉਹਨੇ ਆਖਿਆ ਜਦੋਂ ਮੈਂ ਨਾ ਲਿਆ ਕੀ ਕਰੇਗਾ, ਮੈਂ ਕਿਹਾ ਤੇਰੇ ਘਰ ਨਹੀਂ ਆਉਣ ਲਾ। ਇੱਕੋ ਵਾਰੀ ਮੈਂ ਗਿਆ, ਜੀ ਹਾਂ ਫਿਰ ਨਹੀਂ ਗਿਆ, 9 ਸਾਲ ਨਹੀਂ ਗਿਆ। ਹਾਂ ਉਹਦੀ ਬੀਵੀ ਮੈਨੂੰ ਮਿਲ ਪੈਂਦੀ ਹੈ। ਹਾਂ ਇਹਸਾਨ ਇਹ ਸੀ ਉਹਨਾਂ ਦਾ ਕਿ ਮੇਰਾ ਬੱਚਾ ਉਹਨਾਂ ਲਿਆ ਕੇ ਦਿੱਤਾ ਸੀ, ਉਹਦੀ ਬੀਵੀ ਦੇ ਭਰਾਵਾਂ ਨੇ। ਮੈਨੂੰ ਉਹ ਆਸਾਨ ਬੜਾ ਸੀ। ਚਲੋ ਉਹਦੇ ਵਾਸਤੇ ਫਿਰ ਨਹੀਂ ਸੀ ਬੋਲਦੇ ਨਾ। ਕੋਈ ਬਿਲਕੁਲ ਨਹੀਂ। ਹਾਂ ਆਖੇ ਜੋ ਮੇਰਾ ਇਹ ਜ਼ੇਨ ਸੀ ਜੇ ਮੇਰੇ ਨੇ ਤਾਂ ਖੁਦਾ ਇਹਨਾਂ ਨੂੰ ਆਖੇਗਾ ਦਿਓ ਜਾ, ਦਿਓ ਦਿਓ ਇਹਨਾਂ ਦਿਆ। ਫਿਰ ਕੱਕੇ ਵਾਲੇ ਉਹਦੀ ਇੱਕ ਬੱਚੀ ਵਿਆਹੀ ਸੀ, ਉਹਨੇ ਮੈਨੂੰ ਬੁਲਾ ਕੇ ਤੇ 4000 ਯੂਰੋ ਦਿੱਤਾ ਤੇ 3 ਰਹਿ ਗਿਆ। ਹਾਂ 2 ਫਿਰ ਉਹਦੇ ਬੇਟੇ ਨੇ ਬਾਹਰੋਂ ਭੇਜਿਆ, 1000 ਰਹਿ ਗਿਆ। 9 ਸਾਲ ਲੰਘ ਗਏ। ਹਾਂ ਅਰਸਾ ਹੁੰਦਾ ਜੀ ਹਾਂ ਮੈਨੂੰ ਮਿਲ ਪਈ ਇੱਕ ਡੈਡੀ। ਹਾਂ ਉਹ ਮੈਂ ਕਿਹਾ ਬੇਟਾ ਉਹ 1000 ਰੁਪਇਆ ਕਹਿੰਦਾ ਸੀ, ਉਹ ਵੀ ਦੇ ਛੱਡਣਾ। ਹਾਂ 1000 ਯੂਰੋ। ਹਾਂ ਹਾਂ ਆਂਦੀ ਹੈ ਭਾਈ 3 ਮਹੀਨੇ ਕੱਢੋ। ਮੈਂ ਕਿਹਾ ਅੱਗੇ 3 ਮਹੀਨਿਆਂ ਦੇ ਲਏ ਸਾਜੇ ਤੇ 9 ਸਾਲ ਹੋ ਗਏ ਨੇ। ਹਾਂ ਤੇ ਹੁਣ ਫਿਰ 3 ਮਹੀਨੇ 3 ਮਹੀਨੇ ਹੋਰ ਕੱਢਣੇ ਜੇ। ਹਾਂ ਹੁਣ ਸ਼ਰਮ ਆਈ ਹੋਲੇ। ਉਹ ਠੀਕ ਦੂਜੇ ਚੌਥੇ ਦਿਨ ਆ ਕੇ ਉਹ 1000 ਦੀ ਦੇ, ਉਹ ਵੀ ਦੇ ਗਈ ਜੀ ਹਾਂ। ਇਹ ਜਨਾਬ ਮੇਰੀ ਲੋਕਾਂ ਦਾ ਵਰਤਨ ਹੈ। ਬੰਦੇ ਦਾ ਨਜ਼ਰੀਆ ਹੈ, ਇਹਦੇ ਕੋਲ ਪੈਸਾ ਬੜਾ ਕਿਸੇ ਬਸ ਤਰੀਕੇ ਕੱਢੋ। ਸਾਰੇ ਰਿਸ਼ਤੇਦਾਰਾਂ ਨੂੰ ਬਜ਼ੁਰਗੋ ਮੈਂ ਜਿੱਥੋਂ ਤੱਕ ਹਿਸਾਬ ਲਾਇਆ ਨਾ, ਉਹ ਪੈਸਾ ਹੀ ਇਹਨਾਂ ਦੀ ਹੋਰ ਸੀ। ਜਿਹੜਾ ਰਿਸ਼ਤਾ ਮੇਰੇ ਕੋਲ ਮੰਗਣ ਆਇਆ ਮੈਂ ਉਹਦੇ ਕੇ ਨਕਾਰੀ ਨਹੀਂ ਕੀਤੀ, ਮੰਗੇ ਸੋ ਉਹਨੇ ਦੇ, ਲੇਕਿਨ ਫਿਰ ਵੀ ਇਹਨਾਂ ਨੂੰ ਨਾ ਧਾਰੇ, ਲੇਕਿਨ ਮੈਂ ਦੇ ਦਿੱਤੇ ਨੇ। ਇਹ ਸਾਰੇ ਖਾਣ ਦੇ ਚੱਕਰ 'ਚ ਨਾ ਇਹ ਸਾਰੇ ਰਿਸ਼ਤੇਦਾਰਾਂ ਨੇ ਵਿਦ ਜਨਾਬ ਮੇਰੀ ਬੇਟੀ ਜਮਾਈ ਜਨਾਬ ਮੇਰੀ ਉਹ ਦੂਸਰਾ ਜਿਹੜਾ ਸਾਗ ਕੀਤਾ, ਸਾਰੇ ਖਾਣ ਵਾਲੇ ਝੂਠੇ ਪਰਚੇ ਪਰੇਸ਼ਾਨ ਕਰਨਾ। ਮੇਰੇ ਰਿਸ਼ਤੇਦਾਰ ਕੋਲ ਪੈਸੇ ਸਾਖ ਵੀ ਸਨ। ਹਾਂ ਉਹਨਾਂ ਇਹ ਸੰਦਰੀਅਤ ਨਹੀਂ ਦਿੱਤਾ ਵੀ ਬੰਦਾ ਬੁੱਢਾ। ਹਾਂ ਜੀ ਹਾਂ, ਆ ਵੀ ਬੁੱਢਾ ਬੰਦਾ ਤੇ ਅਸੀਂ ਜਨਾਬ ਅਹਿਸਾਸ ਨਹੀਂ ਆ। ਹਾਂ ਨਾ ਹੁਣ 10 ਸਾਲ ਹੋਏ ਨੇ ਬੇਟੀ ਇੱਥੇ, ਕਿਸੇ ਰਿਸ਼ਤੇਦਾਰ ਨੇ ਅੱਗੇ ਹੋ ਕੇ ਰਾਜ਼ੀਨਾਮਾ ਕੋਈ ਉਹਨੂੰ ਸ਼ਰਮ ਦਿਲਵਾਣ ਉਹਨੂੰ ਕੋਈ ਜਨਾਬ ਮੇਰੀ ਆਖਣ ਵੀ ਗੈਰਤ ਕਰ। ਜਦੋਂ ਮੈਂ ਖੁਦ ਜਾ ਕੇ ਆਣਾ ਜੀ ਹਾਂ ਤੁਸੀਂ ਕਿੰਨੀ ਵਾਰੀ ਗਏ ਉਹਦੇ ਕੋਲੇ? ਮੈਂ ਬੜੀ ਦਫਾ ਗਿਆ। ਹਾਂ ਵੀ ਆਪਣੇ ਬੱਚੇ ਲੈ ਆ ਤੇ ਉਹ ਬੱਚੇ ਉਹਨੇ ਇੱਥੇ ਛੱਡੇ ਨੇ, ਆਪੂ ਉੱਥੇ ਫਿਰ ਛੱਡਦਾ। ਹੁਣ ਸਭ ਕੁਝ ਉਹਨਾਂ ਨੂੰ ਦੇ ਵੀ ਦਿੱਤਾ, ਫਿਰ ਵੀ ਉਹਨਾਂ ਨੂੰ ਕੋਈ ਨਹੀਂ ਸ਼ਰਮ ਆ। ਹੁਣ ਦੇਖੋ ਜੀ ਇਹ ਬਜ਼ੁਰਗਾਂ ਦੀ ਜਨਾਬ ਮੇਰੀ ਅਸੀਂ ਗੱਲਬਾਤ ਸੁਣੀਏ, ਯਕੀਨ ਕਰੋ ਵੀ ਦਿਲ ਨੂੰ ਇੰਨੀ ਤਕਲੀਫ ਹੁੰਦੀ ਹੈ ਕਿ ਇੰਨੀ ਹਿਸਟਰੀ ਇਹਨਾਂ ਨੇ ਸੁਣਾਈ ਹੈ ਬਈ ਕੋਈ ਰਿਸ਼ਤੇਦਾਰ ਨਹੀਂ ਜੇ ਵੀ ਦੁਨੀਆ ਦੇ ਉੱਤੇ ਪੈਸਾ ਹੀ ਰਿਸ਼ਤਾ ਸਮਝ ਗਏ ਨਾ। ਲੋਕ ਮਰ ਜਾਂਦੇ ਜੇ ਖੂਨੀ ਰਿਸ਼ਤਾ ਜਨਾਬ ਮੇਰੀ। ਹੁਣ ਇਸ ਤੋਂ ਅੱਗੇ ਕਿਹੜਾ ਹੁੰਦਾ ਜਨਾਬ ਮੇਰੀ? ਕਹਿੰਦੇ ਨੇ ਵੀ ਆਂਦਰਾਂ ਜਿਹੜੀਆਂ ਉਹ ਵੀ ਬੇਈਮਾਨੀ ਕਰਨ ਨੂੰ ਨਹੀਂ ਰਹਿੰਦੀਆਂ। ਇੱਕ ਬੀਬੀ ਮੇਰੇ ਕੋਲ ਆਈ ਹੈ, ਦਿਆਣੀ ਹੈ। ਹਾਂ ਮੈਂ ਮੱਝ ਲੈਣ ਜਾਣਾ, ਪੈਸੇ ਦੇ ਦਿੱਤੇ ਨੇ। ਹਾਂ ਤੇ ਉਹ ਵੀ ਜਨਾਬ ਮੇਰੀ ਜਿਹੜਾ ਨਾ ਪੈਸਾ ਹੀ ਆਖਰ ਤੇ ਜਿਹੜਾ ਨਾ ਉਹਦਾ ਰਿਜ਼ਲਟ ਪੈਸਾ ਹੀ ਨਿਕਲਦਾ, ਹੋਰ ਕੋਈ ਜਨਾਬ ਮੇਰੀ ਉਹ ਨਹੀਂ ਨਿਕਲਦਾ। ਬੀਬੀ